ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਰਹਿਮਤ ਬਖਸ਼ ਸਦਕਾ ਨਿਤਾ ਪ੍ਰਤੀ ਆਪਾਂ ਰੋਜ਼ ਸਵੇਰੇ ਇੱਥੋਂ ਦੇ ਟਾਈਮ ਅਨੁਸਾਰ ਮਾਰਨਿੰਗ ਔਰ ਤੁਹਾਡੇ ਇੰਡੀਆ ਦੇ ਟਾਈਮ ਦਾ ਸ਼ਾਮ ਨੂੰ, ਇੰਗਲੈਂਡ ਦੇ ਟਾਈਮ ਦਾ ਦੁਪਹਿਰ ਨੂੰ ਇਹ ਕਲਾਸ ਦੇ ਵਿੱਚ ਆਪਾਂ ਜੁੜ ਬੈਠਦੇ ਹਾਂ। ਜਿਵੇਂ ਕੱਲ ਵੀ ਬੇਨਤੀ ਕੀਤੀ ਸੀ ਔਰ ਪਿਛਲੇ ਹਫ਼ਤੇ ਵੀ ਬੇਨਤੀ ਕੀਤੀ ਸੀ ਵੀ ਕਲਾਸ ਦਾ ਮਕਸਦ ਸਿੱਖਣਾ ਅਤੇ ਸਿਖਾਉਣਾ ਹੈ, ਕੋਈ ਵਿਦਵਤਾ ਜਾਂ ਗਿਆਨ ਪ੍ਰਗਟ ਕਰਨਾ ਨਹੀਂ ਹੈ। ਨਾ ਹੀ ਕੋਈ ਵਿਦਵਾਨ ਬਣ ਸਕਦਾ ਹੈ ਤੇ ਨਾ ਹੀ ਕੋਈ ਵਿਦਵਾਨ ਕਹਾਉਣ ਦਾ ਹੱਕਦਾਰ ਹੁੰਦਾ, ਕਿ ਗੁਰੂ ਦੀ ਗੱਲ ਹੀ ਯਾਦ ਬਹੁਤ ਹੈ, ਜਿਹਨੂੰ ਸਮਝ ਲੈਣਾ ਜਾਂ ਬੁੱਝ ਲੈਣਾ ਕੋਈ ਆਮ ਬੰਦੇ ਦੇ ਵੱਸ ਦੀ ਬਾਤ ਨਹੀਂ ਹੈ। ਇਸ ਵਾਸਤੇ ਗਿਆਨ ਬਹੁਤ ਵੱਡੀ ਚੀਜ਼ ਹੈ ਔਰ ਗਿਆਨ ਪ੍ਰਾਪਤੀ ਲਈ ਇੱਕ ਸਾਧਨ ਹੈ, ਲੇਕਿਨ ਗਿਆਨ ਮੰਜ਼ਿਲ ਨਹੀਂ ਹੈ। ਮੰਜ਼ਿਲ ਮਿਲਾਪ ਹੈ, ਜੋ ਗਿਆਨ ਤੇ ਧਿਆਨ ਦੇ ਨਾਲ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕਰਦੇ ਨੇ, ਉਹਦੇ ਨਾਲ ਮਿਲਾਪ ਹੁੰਦਾ ਹੈ। ਉਹਦੇ ਨਾਲ ਸਾਡੀ ਸੁਰਤ ਦੀ ਇਕਾਗਰਤਾ, ਵਿਚਾਰਾਂ ਦੀ ਇਕਾਗਰਤਾ ਔਰ ਸਾਡਾ ਰਸਤਾ ਜਿਹੜਾ ਬੜਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ, ਜਿਹਦੇ ਨਾਲ ਸਾਡੀ ਉਸ ਪਰਮ ਪਿਤਾ ਪਰਮੇਸ਼ਰ ਨਾਲ ਮੁਲਾਕਾਤ ਹੁੰਦੀ, ਮਿਲਾਪ ਹੋ ਜਾਂਦਾ। ਅੱਜ ਸਾਡੇ ਨਾਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ ਜੀ ਸਾਡੇ ਵਿੱਚ ਕਲਾਸ ਵਿੱਚ ਸ਼ਾਮਲ ਹਨ। ਸਾਡੀ ਬੇਨਤੀ ਤੇ ਉਹਨਾਂ ਨੇ, ਕਲਾਸ ਵੈਸੇ ਉਹਨਾਂ ਦੀ ਹੈ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲਦੀ ਹੈ, ਅਸੀਂ ਤਾਂ ਉਹਨਾਂ ਦੇ ਕਹਿਣ ਤੇ ਇਹ ਕਲਾਸ ਸ਼ੁਰੂ ਕੀਤੀ ਹੈ। ਮੈਂ ਬੇਨਤੀ ਕੀਤੀ ਸੀ ਵੀ ਅਸੀਂ ਜ਼ੂਮ ਦੇ ਉੱਤੇ ਕਲਾਸ ਸ਼ੁਰੂ ਕਰ ਲਈਏ ਤੇ ਸਾਰੇ ਮਿਸ਼ਨਰੀਜ਼ ਨੂੰ ਇਕੱਠਾ ਕਰਕੇ ਜਿਹੜੀ ਮੀਟਿੰਗ ਵੀ ਅਸੀਂ ਇਹਦੇ ਉੱਤੇ ਕਰ ਸਕਦੇ ਹਾਂ। ਤੇ ਇਹਨਾਂ ਨੇ ਮੇਰੀ ਸੇਵਾ ਲਾ ਦਿੱਤੀ, ਉਹ ਸੇਵਾ ਗੁਰੂ ਪਾਤਸ਼ਾਹ ਜਿੱਦਾਂ ਲੈ ਰਹੇ ਨੇ ਉਹ ਨਿਭਾ ਰਹੇ। ਉਹ ਕਲਾਸ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਬਖਸ਼ਿਸ਼ ਸਦਕਾ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ। ਰੋਜ਼ ਆਪਾਂ ਸਿੱਧ ਕੋਸ਼ ਦੀ ਵਿਚਾਰ ਕਰਦੇ ਹਾਂ, ਪਰ ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਦੇ ਨਿਯਮ, ਵਿਆਕਰਣ ਦੇ ਨਿਯਮ ਕੀ ਹਨ, ਥੋੜਾ ਬਹੁਤਾ ਮੁੱਢਲਾ ਗਿਆਨ ਜਿਹੜਾ ਹੋਣਾ ਜ਼ਰੂਰੀ ਹੈ। ਪੂਰੀ ਵਿਆਕਰਣ ਜਾਂ ਪੂਰੀਆਂ ਚੀਜ਼ਾਂ ਸਮਝ ਲੈਣੀਆਂ ਸਾਡੇ ਵੱਸ ਦੀ ਬਾਤ ਨਹੀਂ ਹੁੰਦੀ। ਬਹੁਤ ਵਿਦਵਾਨ ਸੱਜਣ ਹਨ, ਇਹ ਤਾਂ ਬਹੁਤ ਸਾਰੇ ਅਜਿਹੇ ਸੱਜਣ ਵੀ ਹਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾ ਕੇ ਵੀ ਫਿਰ ਵੀ ਪੂਰੀ ਵਿਆਕਰਣ ਨਹੀਂ ਸਮਝ ਸਕੇ। ਮੈਂ ਤਾਂ ਸਿਰਫ ਇੰਨੀ ਕੁ ਬੇਨਤੀ ਕਰਦਾ ਕਿ ਬੇਸਿਕ ਚੀਜ਼ਾਂ ਸਾਨੂੰ ਸਮਝ ਆ ਜਾਣ, ਉਚਾਰਨ ਦਾ ਪੱਖ, ਅਰਥ ਦਾ ਪੱਖ ਤੇ ਸਾਨੂੰ ਵਿਸ਼ਰਾਮ ਦਾ ਪੱਖ, ਇਹ ਥੋੜਾ ਬਹੁਤਾ ਸਾਨੂੰ ਸਮਝ ਆ ਜਾਏ, ਜਿਸ ਨਾਲ ਸਾਨੂੰ ਗੁਰਬਾਣੀ ਦੇ ਅਰਥ ਬੋਧ ਕਰਨ ਵਿੱਚ ਦਿੱਕਤ ਨਾ ਹੋਵੇ, ਮੁਸ਼ਕਲ ਨਾ ਹੋਵੇ। ਇਸ ਵਾਸਤੇ ਇਹਨਾਂ ਨੂੰ ਬੇਨਤੀ ਕੀਤੀ ਹੈ, ਕਿਉਂਕਿ ਅਸੀਂ ਜਦੋਂ ਸ਼ੁਰੂ ਵਿੱਚ ਸਿੱਖ ਮਿਸ਼ਨਰੀ ਕਾਲਜ ਨਾਲ ਜੁੜੇ ਸੀ ਤੇ ਅਸੀਂ ਨਾ ਪਾਸੋਂ ਇਹ ਵਿਆਕਰਣ ਦੇ ਕੁਝ ਨਿਯਮ, ਸ਼ੁੱਧ ਉਚਾਰਨ ਦੀਆਂ ਕੁਝ ਕਲਾਸਾਂ ਜਿਹੜਾ ਇਹਨਾਂ ਨੇ ਜਲੰਧਰ ਆ ਕੇ ਲਾਈਆਂ ਸੀ, ਉਹਦੇ 'ਚ ਅਟੈਂਡ ਕੀਤੀਆਂ ਸੀ। ਜਿੱਥੋਂ ਮੈਨੂੰ ਯਾਦ ਹੈ 1900 ਲਗਭਗ 78-79 ਦੀ ਗੱਲ ਹੈ, ਜਦੋਂ ਇਹ ਜਲੰਧਰ ਸਿੱਖ ਲਾਇਲਪੁਰ ਖਾਲਸਾ ਸਕੂਲ ਵਿੱਚ ਆਏ ਸੀ। ਉੱਥੇ ਇਹਨਾਂ ਨੇ ਇਸ ਲੈਕਚਰ ਜਿਹੜੇ ਸਨ ਦਿੱਤੇ ਸੀ, ਜਿੱਥੋਂ ਮੈਨੂੰ ਇਹ ਜਾਣਕਾਰੀ ਸੀ ਵੀ ਇਹਨਾਂ ਦੇ ਵਿਆਕਰਣ ਦੇ ਨਿਯਮਾਂ ਬਾਰੇ ਕਾਫੀ ਗਿਆਨ ਹੈ। ਅੱਜ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਪ੍ਰਿੰਸੀਪਲ ਹਰਭਜਨ ਸਿੰਘ ਜੀ ਅੱਜ ਇਹ ਵਿਸ਼ਾ ਸ਼ੁਰੂ ਕਰਨਗੇ ਔਰ ਵਿਸ਼ਾ ਹਰ ਹਫ਼ਤੇ ਅਗਲੀ ਕਲਾਸ ਜਿਹੜੀ ਹੈ ਨਾ, ਬੇਨਤੀ ਕੀਤੀ ਹੈ ਸੈਚਰਡੇ ਦੀ ਰੱਖ ਲਈ ਜਾਏ, ਤੇ ਹਰ ਸੈਚਰਡੇ ਇਹ ਸਾਡੇ ਵਿੱਚ ਸ਼ਾਮਲ ਹੋਇਆ ਕਰਨਗੇ। ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਜੋ ਅਨੰਦਪੁਰ ਸਾਹਿਬ ਕਾਲਜ ਜੋ ਚੱਲ ਰਿਹਾ ਸਾਡਾ ਰੈਗੂਲਰ, ਜਿੱਥੇ ਬੱਚੇ ਵਿੱਦਿਆ ਲੈਂਦੇ ਹਨ, ਉਹ ਹਰ ਬੁੱਧਵਾਰ ਦੇ ਇਤਿਹਾਸ ਦਾ ਵਿਸ਼ਾ ਜਿਹੜਾ ਹੈ ਉਹਨਾਂ ਨੂੰ ਸੇਵਾ ਲਈ ਗਈ ਹੈ। ਉਹ ਹਰ ਬੁੱਧਵਾਰ ਇਤਿਹਾਸ ਦੇ ਵਿਸ਼ੇ ਤੇ ਵਿਚਾਰਾਂ ਕਰਨਗੇ। ਦੋ ਅਜੇ ਤੱਕ ਸਾਡੇ ਨਾਲ ਵਿਚਾਰਾਂ ਦੀ ਗੱਲਬਾਤ ਹੋਈ ਹੈ, ਜਿਨ੍ਹਾਂ ਨੂੰ ਅਸੀਂ ਸਮਝਿਆ ਕਿ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਚੇਅਰਮੈਨ ਸਾਹਿਬ ਜੀ ਨੂੰ ਬੇਨਤੀ ਹੈ ਕਿ ਉਹ ਆਪਣੇ ਇਹ ਅੱਜ ਦੀ ਜਿਹੜੀ ਗੁਰਬਾਣੀ ਵਿਆਕਰਣ ਦੇ ਸਰਲ ਨੇਮ ਹਨ ਉਹ ਸ਼ੁਰੂ ਕਰਨ। ਸਾਰੇ ਮੈਂਬਰ ਸਾਹਿਬਾਨ, ਵੈਸੇ ਹੋਸਟ ਸਾਡੇ ਚੰਦੀਪ ਸਿੰਘ ਜੀ ਸਾਰਿਆਂ ਨੂੰ ਮਿਊਟ ਤੇ ਪਾ ਦਿੰਦੇ ਆ, ਪਰ ਫਿਰ ਵੀ ਜੇ ਕੋਈ ਨਵੇਂ ਮੈਂਬਰ ਵੀ ਸ਼ਾਮਲ ਹੁੰਦੇ ਆ ਤਾਂ ਆਪਣਾ ਫੋਨ ਨਾਲ ਹੀ ਮਿਊਟ ਕਰ ਦੇਣ, ਤਦ ਕਿ ਸਾਨੂੰ ਉਹਦੇ 'ਚ ਕੋਈ ਤਕਲੀਫ ਜਾਂ ਤੰਗੀ ਨਾ ਹੋਵੇ।
ਮੈਂ ਚੇਅਰਮੈਨ ਸਾਹਿਬ ਜੀ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਕਲਾਸ ਸ਼ੁਰੂ ਕਰਨ। ਸਾਰੇ ਮੈਂਬਰਾਂ ਨੂੰ ਜੀ ਆਇਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਕਮ ਹੋਇਆ ਕਿ ਗੁਰਬਾਣੀ ਵਿਆਕਰਨ ਦੇ ਸਰਲ ਨਿਯਮਾਂ ਦੇ ਬਾਰੇ ਸੰਖੇਪ ਦੇ ਵਿੱਚ ਸਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਾਵੇ। ਗੁਰਬਾਣੀ ਸਿੱਖ ਦੇ ਜੀਵਨ ਦੀ ਥੰਮੀ ਹੈ। ਸਿੱਖ ਦੇ ਕੋਲ ਜੇ ਕੋਈ ਸਭ ਤੋਂ ਕੀਮਤੀ ਖਜ਼ਾਨਾ ਹੈ ਤਾਂ ਉਹ ਗੁਰਬਾਣੀ ਹੈ। ਗੁਰੂ ਪਾਤਸ਼ਾਹ ਦਾ ਫਰਮਾਨ ਹੈ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਸਿੱਖ ਦੇ ਜੀਵਨ ਦਾ ਆਸਰਾ ਹੀ ਗੁਰਬਾਣੀ ਹੈ। ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਦੀ ਅਰਥ ਵਿਚਾਰ ਕਰਨਾ, ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਵਿੱਚ ਦਿੱਤੇ ਗਏ ਉਪਦੇਸ਼ਾਂ ਨੂੰ ਸਮਝ ਕੇ ਉਸ ਅਨੁਸਾਰ ਆਪਣਾ ਜੀਵਨ ਢਾਲਣਾ, ਇਹ ਜੀਵਨ ਦਾ ਸਿਖਰ ਹੈ, ਇਹ ਸਾਡਾ ਜੀਵਨ ਮਨੋਰਥ ਹੈ। ਸੋ ਗੁਰਬਾਣੀ ਨੂੰ ਪੜ੍ਹਨ ਵਾਸਤੇ, ਗੁਰਬਾਣੀ ਨੂੰ ਸਮਝਣ ਵਾਸਤੇ, ਗੁਰਬਾਣੀ ਦੇ ਅਰਥ ਵਿਚਾਰਨ ਵਾਸਤੇ ਗੁਰਬਾਣੀ ਵਿਆਕਰਨ ਦੇ ਨਿਯਮਾਂ ਦੀ ਲੋੜ ਪੈਂਦੀ ਹੈ। ਇਹ ਗੁਰਬਾਣੀ ਵਿਆਕਰਨ ਦੇ ਨਿਯਮ ਇਹ ਗੁਰਬਾਣੀ ਦੇ ਵਿੱਚ ਹੀ ਅੰਕਿਤ ਹਨ, ਜੋ ਵਿਦਵਾਨਾਂ ਨੇ ਸਮੇਂ-ਸਮੇਂ ਦੇ ਉੱਤੇ ਮਿਹਨਤ ਕਰਕੇ, ਖੋਜ ਕਰਕੇ ਗੁਰਬਾਣੀ ਦੇ ਵਿੱਚੋਂ ਹੀ ਖੋਜੇ ਹਨ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਜੀ ਨੇ, ਤੇਜਾ ਸਿੰਘ ਜੀ ਨੇ ਇੱਕ ਪੁਸਤਕ ਲਿਖੀ, ਗੁਰਬਾਣੀ ਵਿਆਕਰਨ ਦੇ ਉੱਤੇ ਸ਼ਬਦਾਂਤਕ ਲਗਾ ਮਾਤਰਾ ਦੇ ਗੁੱਝੇ ਭੇਦ। ਉਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸਮੁੱਚਾ ਗੁਰਬਾਣੀ ਵਿਆਕਰਨ ਲਿਖਿਆ। ਉਸ ਤੋਂ ਬਾਅਦ ਪੰਡਤ ਤਾਰਾ ਸਿੰਘ ਨਰੋਤਮ ਨੇ ਗੁਰਬਾਣੀ ਵਿਆਕਰਨ ਦੇ ਬਾਰੇ ਪੁਸਤਕ ਲਿਖੀ। ਫਿਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਗੁਰਬਾਣੀ ਲਗਾ ਮਾਤਰਾ ਦੀ ਵਿਲੱਖਣਤਾ, ਇਹ ਪੁਸਤਕ ਲਿਖੀ। ਤੇ ਇਸ ਸੰਬੰਧੀ ਹੋਰ ਵੀ ਵਿਦਵਾਨਾਂ ਨੇ ਆਪਣੇ ਬੁੱਧੀ ਦੇ ਅਨੁਸਾਰ ਕਾਰਜ ਕੀਤੇ ਹਨ। ਆਪਾਂ ਜੋ ਵਿਆਕਰਨ ਦੇ ਨਿਯਮ ਇੱਥੇ ਆਪਸ ਵਿੱਚ ਸਾਂਝੇ ਕਰਾਂਗੇ, ਬੜੇ ਹੀ ਸਰਲ ਢੰਗ ਦੇ ਨਾਲ, ਬੜੇ ਹੀ ਸੁਖੈਨ ਢੰਗ ਦੇ ਨਾਲ ਇਹ ਨਿਯਮ ਆਪਸ ਵਿੱਚ ਆਪਾਂ ਸਾਂਝੇ ਕਰਾਂਗੇ। ਲੋੜ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਇਹਨਾਂ ਨਿਯਮਾਂ ਨੂੰ ਸਮਝਣ ਵਾਸਤੇ ਬਲੈਕ ਬੋਰਡ ਹੋਵੇ, ਉਸ ਤੇ ਲਿਖ ਕੇ ਸਾਰਾ ਕੁਝ ਸਮਝਾਇਆ ਜਾਵੇ। ਪਰ ਕਿਉਂਕਿ ਇਹ ਸਮੇਂ ਦੀ ਨਜ਼ਾਕਤ ਹੈ, ਆਪਾਂ ਆਨਲਾਈਨ ਹੁਣ ਇਸ ਵਕਤ ਇਹ ਸਾਰਾ ਪ੍ਰਬੰਧ ਨਹੀਂ ਕਰ ਸਕਦੇ। ਇਸ ਵਾਸਤੇ ਆਪਾਂ ਲਿਖਤੀ ਰੂਪ ਦੇ ਵਿੱਚ ਸਭ ਦੇ ਕੋਲ ਤੁਹਾਡੇ ਮੋਬਾਈਲ ਦੇ ਵਿੱਚ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਦੀ ਪੁਸਤਕ ਕੱਲ ਭੇਜ ਦਿੱਤੀ ਗਈ ਸੀ। ਉਸ ਪੁਸਤਕ ਦੇ ਆਧਾਰ ਦੇ ਉੱਤੇ ਜੋ ਲੋੜੀਂਦੀਆਂ ਚੀਜ਼ਾਂ ਹਨ, ਜੋ ਨੇਮ ਹਨ ਲੋੜੀਂਦੇ, ਉਹ ਆਪ ਜੀ ਦੇ ਨਾਲ ਸੰਖੇਪ ਰੂਪ ਦੇ ਵਿੱਚ ਬੜੇ ਸੁਖੈਨ ਢੰਗ ਦੇ ਨਾਲ ਆਪਸ ਵਿੱਚ ਸਾਂਝੇ ਕਰਨ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾਂ ਵਿਆਕਰਨ ਦੇ ਸੰਬੰਧ ਵਿੱਚ ਸਾਨੂੰ ਜਿਹੜੀਆਂ ਗੱਲਾਂ ਦੀ ਲੋੜ ਪੈਂਦੀ ਹੈ, ਜੋ ਸਾਨੂੰ ਸਮਝ ਆਉਣੀ ਚਾਹੀਦੀ ਹੈ, ਉਹ ਹੈ, ਪਹਿਲਾ ਹੈ ਨਾਉ। ਨਾਉ ਤੋਂ ਭਾਵ ਹੈ ਕਿ ਜਿਵੇਂ ਮੇਰਾ ਨਾਮ ਹਰਭਜਨ ਸਿੰਘ ਹੈ, ਵੀਰ ਜੀ ਦਾ ਨਾਮ ਹਰਜੀਤ ਸਿੰਘ ਹੈ, ਇਸੇ ਤਰ੍ਹਾਂ ਇਸ ਨੂੰ ਨਾਉ ਕਿਹਾ ਜਾਂਦਾ। ਜਿਵੇਂ ਨਾਮ ਦੀਆਂ ਵੀ ਅੱਗੋਂ ਕਈ ਕਿਸਮਾਂ ਨੇ, ਆਪਾਂ ਵਿਸਥਾਰ ਵਿੱਚ ਤੁਸੀਂ ਉਸ ਪੁਸਤਕ ਦੇ ਵਿੱਚੋਂ ਪੜ੍ਹ ਲੈਣਾ। ਪਰ ਆਪਾਂ ਨੂੰ ਜਿੰਨੀ ਲੋੜ ਪਵੇਗੀ, ਕੋਈ ਰੋਟੀ ਵੀ ਨਾਮ ਹੈ, ਜਮਾਤ ਵੀ ਨਾਮ ਹੈ, ਕੰਘਾ ਵੀ ਨਾਮ ਹੈ, ਕੜਾ ਵੀ ਨਾਮ ਹੈ, ਕਿਰਪਾਨ ਵੀ ਨਾਮ ਹੈ। ਇਸ ਤਰ੍ਹਾਂ ਇਹ ਵੱਖਰੇ ਵੱਖਰੇ ਨਾਮ ਹਨ। ਕਿਸੇ ਵਸਤੂ ਦੇ ਨਾਮ ਨੂੰ ਨਾਉ ਕਿਹਾ ਜਾਂਦਾ ਹੈ। ਫਿਰ ਅੱਗੇ ਪੜਨਾਉ ਆਉਂਦਾ ਹੈ। ਪੜਨਾਉ ਜੋ ਨਾਮ ਦੀ ਥਾਂ ਦੇ ਉੱਤੇ ਵਰਤਿਆ ਜਾਂਦਾ ਹੈ, ਉਸ ਨੂੰ ਪੜਨਾਉ ਕਿਹਾ ਜਾਂਦਾ ਹੈ। ਜਿਵੇਂ ਰਾਮ ਸਿੰਘ ਸਕੂਲ ਜਾਂਦਾ ਹੈ, ਫਿਰ ਆਪਾਂ ਬਾਰ-ਬਾਰ ਕਹੀਏ ਰਾਮ ਸਿੰਘ ਕਸਰਤ ਕਰਦਾ ਹੈ, ਰਾਮ ਸਿੰਘ ਖੇਡਦਾ ਹੈ, ਰਾਮ ਸਿੰਘ ਰੋਟੀ ਖਾਂਦਾ ਹੈ, ਤਾਂ ਰਾਮ ਸਿੰਘ ਦੀ ਥਾਂ ਦੇ ਉੱਤੇ ਦੂਜੀ ਵਾਰੀ ਆਪਾਂ ਸ਼ਬਦ ਵਰਤਾਂਗੇ, ਫਿਰ ਉਹ ਕਸਰਤ ਕਰਦਾ ਹੈ, ਫਿਰ ਉਹ ਰੋਟੀ ਖਾਂਦਾ ਹੈ, ਫਿਰ ਉਹ ਖੇਡਦਾ ਹੈ, ਤਾਂ ਇਹ ਉਹ ਸ਼ਬਦ ਜੋ ਹੈ ਇਸ ਨੂੰ ਪੜਨਾਉ ਕਹਿੰਦੇ ਹਨ। ਸੋ ਪੜਨਾਉ ਦਾ ਭਾਵ ਹੈ ਨਾਮ ਦੀ ਥਾਂ ਦੇ ਉੱਤੇ ਜੋ ਸ਼ਬਦ ਵਰਤਿਆ ਜਾਂਦਾ ਹੈ, ਉਸ ਨੂੰ ਪੜਨਾਉ ਕਿਹਾ ਜਾਂਦਾ ਹੈ। ਤੀਜੇ ਨੰਬਰ ਦੇ ਉੱਤੇ ਫਿਰ ਕਿਰਿਆ ਹੁੰਦੀ ਹੈ। ਕਿਰਿਆ ਦਾ ਭਾਵ ਹੈ ਕੰਮ। ਉਹ ਸ਼ਬਦ
ਜਿਨ੍ਹਾਂ ਤੋਂ ਕਿਸੇ ਕੰਮ ਦਾ ਹੋਣਾ ਪ੍ਰਗਟ ਹੋਵੇ। ਜਿਵੇਂ ਮੈਂ ਇੱਕ ਚਿੱਠੀ ਲਿਖਦਾ ਹਾਂ ਤਾਂ ਲਿਖਣ ਦਾ ਕੰਮ ਪ੍ਰਗਟ ਹੋ ਰਿਹਾ, ਮੈਂ ਗੁਰਬਾਣੀ ਪੜ੍ਹਦਾ ਹਾਂ, ਪੜ੍ਹਨ ਦਾ ਕੰਮ ਹੋ ਰਿਹਾ ਹੈ, ਮੈਂ ਇਹ ਖੇਡ ਖੇਡਦਾ ਹਾਂ, ਖੇਡਣ ਦਾ ਕੰਮ ਹੋ ਰਿਹਾ ਹੈ। ਸੋ ਜਿੱਥੇ ਵੀ ਕੋਈ ਕੰਮ ਹੋਵੇਗਾ ਉਸ ਨੂੰ ਕਿਰਿਆ ਕਿਹਾ ਜਾਵੇਗਾ। ਫਿਰ ਚੋ ਆ ਜਾਂਦਾ ਹੈ ਵਿਸ਼ੇਸ਼ਣ। ਜਦੋਂ ਕੋਈ ਨਾਉਂ ਦੀ ਜਾਂ ਪੜਨਾਉਂ ਦੀ ਵਿਸ਼ੇਸ਼ਤਾ ਦੱਸਦਾ ਹੈ ਜਾਂ ਕਿਰਿਆ ਦੀ ਵਿਸ਼ੇਸ਼ਤਾ ਦੱਸਦਾ ਹੈ, ਤਾਂ ਜੇ ਨਾਉਂ ਦੀ ਵਿਸ਼ੇਸ਼ਤਾ ਪੜਨਾਉਂ ਦੀ ਵਿਸ਼ੇਸ਼ਣਾ ਹੁੰਦੀ ਹੈ, ਕੋਈ ਵਿਸ਼ੇਸ਼ਣ ਦੱਸਿਆ ਜਾਂਦਾ ਹੈ ਵਿਸ਼ੇਸ਼ਤਾ, ਤਾਂ ਉਸ ਨੂੰ ਫਿਰ ਵਿਸ਼ੇਸ਼ਣ ਕਿਹਾ ਜਾਂਦਾ। ਜਿਵੇਂ ਹਰਜੀਤ ਸਿੰਘ ਦਾ ਰੰਗ ਚਿੱਟਾ ਹੈ, ਇਹ ਹੁਣ ਚਿੱਟਾ ਉਸਦਾ ਵਿਸ਼ੇਸ਼ਣ ਹੋ ਗਿਆ। ਫਲਾਣਾ ਬੰਦਾ ਮਿੱਠ ਬੋਲੜਾ ਹੈ, ਇਹ ਉਸਦਾ ਮਿੱਠ ਬੋਲੜਾਪਨ, ਇਹ ਉਸਦਾ ਵਿਸ਼ੇਸ਼ਣ ਹੋ ਗਿਆ। ਰੱਬ ਦੀਆਂ ਵਸਤਾਂ ਬੜੀਆਂ ਅਮੋਲਕ ਹਨ, ਇਹ ਅਮੋਲਕ ਰੱਬ ਦਾ ਵਿਸ਼ੇਸ਼ਣ ਹੋ ਗਿਆ। ਰੱਬ ਬੜਾ ਕਿਰਪਾਲੂ ਹੈ, ਰੱਬ ਬੜਾ ਦਿਆਲੂ ਹੈ, ਰੱਬ ਸਭ ਕੁਝ ਕਰਨ ਕਾਰਨ ਸਮਰੱਥ ਹੈ, ਇਹ ਸਾਰੇ ਉਸਦੇ ਵਿਸ਼ੇਸ਼ਣ ਹਨ। ਜਦੋਂ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਦੱਸੀ ਜਾਂਦੀ ਹੈ ਤਾਂ ਉਸ ਨੂੰ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ। ਜਿਵੇਂ ਰਾਮ ਸਿੰਘ ਤੇਜ਼ ਦੌੜਦਾ ਹੈ, ਰਾਮ ਸਿੰਘ ਦੌੜਦਾ ਹੈ, ਦੌੜਦਾ ਕਿਰਿਆ ਹੈ, ਉਹ ਤੇਜ਼ ਦੌੜਦਾ ਹੈ। ਹੁਣ ਤੇਜ਼ ਲਫ਼ਜ਼ ਲੱਗ ਗਿਆ ਤਾਂ ਇਸ ਦਾ ਮਤਲਬ ਹੈ ਹੁਣ ਉਸ ਕਿਰਿਆ ਦੀ ਵਿਸ਼ੇਸ਼ਤਾ ਦੱਸੀ ਗਈ। ਰਾਮ ਸਿੰਘ ਹੌਲੀ ਦੌੜਦਾ ਹੈ, ਇਹ ਹੌਲੀ ਜਿਹੜਾ ਹੈ ਇਹ ਵੀ ਉਸਦੀ ਵਿਸ਼ੇਸ਼ਤਾ ਹੈ। ਵਿਸ਼ੇਸ਼ਤਾ ਭਾਵੇਂ ਉੱਪਰਲੇ ਪਾਸੇ ਹੋਵੇ ਭਾਵੇਂ ਹੇਠਲੇ ਪਾਸੇ ਹੋਵੇ, ਉਹ ਸੁਸਤ ਹੈ ਜਾਂ ਉਹ ਚੁਸਤ ਹੈ, ਇਹ ਇਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਵਿਸ਼ੇਸ਼ਤਾ ਹੈ ਉਸਦੀ ਖਾਸ। ਇਸ ਤਰੀਕੇ ਦੇ ਨਾਲ ਨਾਉਂ ਪੜਨਾਉਂ ਵਿਸ਼ੇਸ਼ਣ ਕਿਰਿਆ ਤੇ ਕਿਰਿਆ ਵਿਸ਼ੇਸ਼ਣ। ਇਸ ਤੋਂ ਬਾਅਦ ਸੰਬੰਧਕ ਦੀ ਗੱਲ ਆਉਂਦੀ ਹੈ। ਜਦੋਂ ਕਿਸੇ ਇੱਕ ਵਸਤੂ ਦਾ ਦੂਜੇ ਵਸਤੂ ਦੇ ਨਾਲ ਸੰਬੰਧ ਹੁੰਦਾ ਹੈ ਤਾਂ ਉਸਨੂੰ ਉਸ ਵਿੱਚ ਸੰਬੰਧਕ ਦੀ ਲੋੜ ਪੈਂਦੀ ਹੈ। ਜਿਵੇਂ ਕਿਤਾਬ ਮੇਜ਼ ਦੇ ਉੱਪਰ ਪਈ ਹੈ, ਹੁਣ ਇੱਕ ਮੇਜ਼ ਹੈ ਇੱਕ ਕਿਤਾਬ ਹੈ, ਦੋ ਵਸਤੂਆਂ ਹਨ, ਇਹਨਾਂ ਦੋਵਾਂ ਦਾ ਸੰਬੰਧ ਕਿਹਦੇ ਨਾਲ ਜੁੜਿਆ? ਮੇਜ਼ ਦੇ ਉੱਪਰ। ਉੱਪਰ ਲਫ਼ਜ਼ ਕੀ ਹੈ? ਇਹ ਸੰਬੰਧਕ ਹੈ। ਸੋ ਮੈਂ ਕੋਠੇ ਦੇ ਉੱਤੇ ਬੈਠਾ ਹਾਂ ਤੇ ਉੱਤੇ ਲਫ਼ਜ਼ ਕੀ ਹੋ ਗਿਆ? ਇੱਕ ਮੈਂ ਹਾਂ ਇੱਕ ਕੋਠਾ ਹੈ, ਉੱਪਰ ਲਫ਼ਜ਼ ਜਿਹੜਾ ਉੱਤੇ ਹੈ ਇਹ ਸੰਬੰਧਕ ਹੋ ਗਿਆ। ਇਸ ਤਰ੍ਹਾਂ ਇਹ ਜਿੰਨੇ ਵੀ ਵਿਸ਼ੇਸ਼ਣ ਹਨ, ਕਾ ਕੇ ਕੀ ਦਾ ਦੇ ਦੀ, ਮੈਂ ਉੱਪਰ ਵਿੱਚ ਅੰਦਰ ਬਾਹਰ, ਇਹ ਕਈ ਤਰ੍ਹਾਂ ਦੇ ਵਿਸ਼ੇਸ਼ਣ ਜਿਹੜੇ ਗੁਰਬਾਣੀ ਦੇ ਵਿੱਚ ਵਰਤੇ ਗਏ ਹਨ ਉਹ ਆਉਣਗੇ। ਇਹ ਸਾਰਾ ਕੁਝ ਤੁਸੀਂ ਡਿਟੇਲ ਦੇ ਵਿੱਚ ਪੁਸਤਕ ਦੇ ਵਿੱਚੋਂ ਪੜ੍ਹ ਸਕਦੇ ਹੋ। ਇਸੇ ਤਰੀਕੇ ਦੇ ਨਾਲ ਅੱਗੇ ਸੰਬੋਧਨ ਆਉਂਦਾ। ਸੰਬੋਧਨ ਹੁੰਦਾ ਜਦੋਂ ਕਿਸੇ ਨੂੰ ਪੁਕਾਰਿਆ ਜਾਵੇ, ਆਵਾਜ਼ ਮਾਰੀ ਜਾਵੇ, ਬਈ ਆਪਾਂ ਕਹਿੰਦੇ ਆ ਉਹ ਸੰਤ ਇੱਧਰ ਆ, ਹੁਣ ਸੰਤੇ ਨੂੰ ਸੰਤੇ ਕਿਹਾ, ਇਹ ਸੰਬੋਧਨ ਹੋ ਗਿਆ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਆ ਹੇ ਨਾਨਕ, ਜਦੋਂ ਨਾਨਕ ਦਾ ਕੱਕਾ ਮੁਕਤਾ ਹੁੰਦਾ ਹੈ ਤਾਂ ਨਾਨਕ ਸ਼ਬਦ ਸੰਬੋਧਨ ਰੂਪ ਵਿੱਚ ਵਰਤਿਆ ਜਾਂਦਾ ਹੈ, ਤਾਂ ਆਪਾਂ ਅਰਥ ਕਰਦੇ ਆ ਹੇ ਨਾਨਕ। ਜਿਵੇਂ ਹੁੰਦਾ ਸੰਤੋ, ਸੰਤੋ ਦਾ ਭਾਵ ਹੈ ਹੇ ਸੰਤੋ, ਹੇ ਗੁਰਮੁਖ ਜਨੋ, ਇਹ ਸੰਬੋਧਨ ਹੈ। ਸੋ ਇਹ ਸੰਬੋਧਨ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜਦੋਂ ਕਿਸੇ ਨੂੰ ਆਵਾਜ਼ ਮਾਰੀ ਜਾਂਦੀ ਹੈ ਤਾਂ ਉਸ ਵਾਸਤੇ ਜਿਹੜੇ ਸ਼ਬਦ ਵਰਤੇ ਜਾਂਦੇ ਹਨ ਉਹ ਸੰਬੋਧਨ ਹੁੰਦੇ ਹਨ। ਇਸ ਤਰੀਕੇ ਦੇ ਨਾਲ ਦੋ ਵਾਕਾਂ ਨੂੰ ਜੋੜਨ ਵਾਸਤੇ ਯੋਜਕ ਵਰਤਿਆ ਜਾਂਦਾ ਹੈ। ਜਿਵੇਂ ਇੱਕ ਵਾਕ ਹੈ ਇੱਕ ਹੋਰ ਵਾਕ ਹੈ, ਉਹਨਾਂ ਨੂੰ ਜਦੋਂ ਦੋਵਾਂ ਨੂੰ ਆਪਸ ਵਿੱਚ ਜੋੜਨ ਵਾਸਤੇ ਜਿਹੜੇ ਸ਼ਬਦ ਦੀ ਵਰਤੋਂ ਕਰਦੇ ਆ ਉਸ ਨੂੰ ਯੋਜਕ ਕਿਹਾ ਜਾਂਦਾ ਹੈ। ਜਿਹੜਾ ਸ਼ਬਦ ਕੋਈ ਹੈਰਾਨੀ ਪ੍ਰਗਟ ਕਰਨ ਵਾਲਾ ਹੁੰਦਾ ਹੈ ਉਸ ਨੂੰ ਅਸੀਂ ਵਿਸਮਕ ਚਿੰਨ੍ਹ ਦੇ ਨਾਲ ਲਿਖਦੇ ਹਾਂ, ਤੇ ਉਸ ਵਿੱਚ ਅਸਚਰਜਤਾ ਵਾਲੀ ਜਿਹੜੀ ਕੋਈ ਗੱਲ ਹੋਵੇ, ਵਾਹ ਵਾਹ ਕਿਆ ਖੂਬ ਗਾਵਤਾ ਹੈ, ਵਾਹ ਵਾਹ ਅਸਚਰਜ ਵਾਲੀ ਗੱਲ ਹੈ, ਤਾਂ ਇਹ ਵਾਹ ਵਾਹ ਜਿਹੜਾ ਸ਼ਬਦ ਹੈ ਇਹ ਵਿਸਮਕ ਸ਼ਬਦ ਹੈ। ਸੋ ਇਹਨਾਂ ਕੁਝ ਚੀਜ਼ਾਂ ਦੀ ਸਾਨੂੰ ਸਮਝ ਆਉਣੀ ਜ਼ਰੂਰੀ ਹੈ, ਜਿਹੜੇ ਕਿ ਜਦੋਂ ਅਸੀਂ ਗੁਰਬਾਣੀ ਵਿਆਕਰਨ ਦੇ ਨਿਯਮ ਪੜ੍ਹਾਂਗੇ ਤਾਂ ਉਸ ਵਿੱਚ ਇਹਨਾਂ ਦੀ ਵਰਤੋਂ ਹੋਵੇਗੀ। ਇਹਨਾਂ ਦੀਆਂ ਜਿਹੜੀਆਂ ਕਿਸਮਾਂ ਹਨ, ਨਾਉਂ ਦੀਆਂ ਪੜਨਾਉਂ ਦੀਆਂ ਤੇ ਵਿਸ਼ੇਸ਼ਣ ਦੀਆਂ ਕਿਰਿਆ ਵਿਸ਼ੇਸ਼ਣ ਦੀਆਂ, ਇਹ ਸਾਰੀਆਂ ਤੁਸੀਂ ਕਿਤਾਬ ਦੇ ਵਿੱਚ ਪੜ੍ਹ ਸਕਦੇ ਹੋ। ਇਹਨਾਂ ਦੀ ਕੋਈ ਬਹੁਤੀ ਲੰਬੀ ਚੌੜੀ ਲੋੜ ਨਹੀਂ ਪੈਂਦੀ। ਪਰ ਜਦੋਂ ਆਪਾਂ ਗੁਰਬਾਣੀ ਵਿਆਕਰਨ ਦੇ ਨਿਯਮ ਪੜ੍ਹਾਂਗੇ, ਇਹਨਾਂ ਤੋਂ ਪਹਿਲਾਂ ਇੱਕ ਗੱਲ ਸਮਝ ਲੈਣੀ ਬੜੀ ਜ਼ਰੂਰੀ ਹੈ ਕਿ ਇਸ ਵਿਸ਼ੇ ਨੂੰ ਕਈ ਵਾਰੀ ਅਸੀਂ ਬੜਾ ਰੁੱਖਾ ਜਿਹਾ ਸਮਝਦੇ ਹਾਂ, ਕਈ ਵਾਰੀ ਇਸ ਨੂੰ ਅਸੀਂ ਬੜਾ ਔਖਾ ਜਿਹਾ ਸਮਝਦੇ ਹਾਂ। ਜਦੋਂ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ, ਜਦੋਂ ਗੁਰਮਤਿ ਮਿਸ਼ਨਰੀ ਕਾਲਜ ਤੇ ਸਿੱਖ ਮਿਸ਼ਨਰੀ ਕਾਲਜ ਇੱਕ ਹੀ ਹੁੰਦੇ ਸਨ ਦਿੱਲੀ ਦੇ ਵਿੱਚ, ਤੇ ਉਦੋਂ ਸਿਲੇਬਸ ਦੀ ਵੰਡ ਕੀਤੀ ਗਈ ਤਾਂ ਮੇਰੇ ਜਿੰਮੇ ਗੁਰਬਾਣੀ ਦਾ ਸ਼ੁੱਧ ਉਚਾਰਨ ਤੇ ਗੁਰਬਾਣੀ ਵਿਆਕਰਨ ਦੇ ਸਰਲ ਨੇਮ ਇਹ ਵਿਸ਼ਾ ਆਇਆ। ਉਸ ਸਮੇਂ ਤੱਕ ਮੈਨੂੰ ਇਸ ਗੱਲ ਦੀ ਸੋਝੀ ਨਹੀਂ ਸੀ
ਕਿ ਗੁਰਬਾਣੀ ਦਾ ਜਿਹੜਾ ਉਚਾਰਨ ਹੈ ਕੋਈ ਅਸ਼ੁੱਧ ਵੀ ਹੁੰਦਾ ਹੈ, ਜਾਂ ਗੁਰਬਾਣੀ ਦੀ ਕੋਈ ਆਪਣੀ ਵੱਖਰੀ ਵਿਆਕਰਣ ਵੀ ਹੁੰਦੀ ਹੈ। ਨਾਮ ਤੇ ਸੁਣਿਆ ਹੋਇਆ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿਆਕਰਣ ਨਾਮ ਦੀ ਪੁਸਤਕ ਲਿਖੀ ਹੈ, ਪਰ ਮੈਂ ਜਦੋਂ ਮੇਰੀ ਡਿਊਟੀ ਲੱਗੀ ਤੇ ਇਸ ਪਾਸੇ ਉਦਮ ਕਰਨਾ ਆਰੰਭ ਕੀਤਾ ਸਤਿਗੁਰੂ ਦੀ ਕਿਰਪਾ ਦੇ ਦੁਆਰਾ, ਤਾਂ ਜਿਵੇਂ ਜਿਵੇਂ ਇਹਨਾਂ ਦੋਹਾਂ ਵਿਸ਼ਿਆਂ ਨੂੰ ਪੜ੍ਹਿਆ, ਇਸ ਸੰਬੰਧ ਵਿੱਚ ਕਿਤਾਬਾਂ ਪੜ੍ਹੀਆਂ, ਬੜੀ ਦਿਲਚਸਪ ਗੱਲ ਲੱਗੀ, ਬੜਾ ਆਨੰਦ ਆਇਆ, ਬੜਾ ਸਰੂਰ ਆਇਆ, ਕਿਉਂਕਿ ਵਿਚਾਰਾਂ ਦੇ ਵਿੱਚ ਬੜੀ ਪ੍ਰਫੁੱਲਤਾ ਆਈ, ਜਾਗਰੂਕਤਾ ਆਈ ਕਿ ਜਿਹੜੇ ਵਿਚਾਰ ਕਈ ਵਾਰੀ ਸਮਝ ਵਿੱਚ ਨਹੀਂ ਸਨ ਆਉਂਦੇ, ਉਹ ਸਮਝ ਆਉਣੇ ਸ਼ੁਰੂ ਹੋ ਗਏ। ਜਦੋਂ ਗੁਰਬਾਣੀ ਵਿਆਕਰਣ ਦੇ ਨੇਮ ਪੜ੍ਹੇ ਤਾਂ ਉਹਨਾਂ ਨੇਮਾਂ ਦੇ ਵਿੱਚ ਬਹੁਤ ਦਿਲਚਸਪੀ ਜਾਗੀ, ਕਿਉਂਕਿ ਉਹ ਨੇਮ ਜਿਵੇਂ ਜਿਵੇਂ ਪੜ੍ਹਦੇ ਸੀ ਤੇ ਉਹ ਬੜਾ ਆਨੰਦ ਦਿੰਦੇ ਸਨ ਤੇ ਬੜੀ ਜਲਦੀ ਸਮਝ ਵਿੱਚ ਆਉਂਦੇ ਸਨ। ਸੋ ਮੈਂ ਕੋਸ਼ਿਸ਼ ਕਰਾਂਗਾ ਬੜੇ ਸੁਖੈਨ ਢੰਗ ਦੇ ਨਾਲ ਉਹਨਾਂ ਨੇਮਾਂ ਦੀ ਆਪਸ ਵਿੱਚ ਗੱਲ ਕੀਤੀ ਜਾਏ। ਇਹ ਗੱਲ ਆਪਣੇ ਦਿਲ ਦੇ ਵਿੱਚੋਂ, ਦਿਮਾਗ ਦੇ ਵਿੱਚੋਂ, ਹਿਰਦੇ ਦੇ ਵਿੱਚੋਂ, ਆਪਣੀ ਸੁਰਤ ਦੇ ਵਿੱਚੋਂ ਬਿਲਕੁਲ ਕੱਢ ਦੇਣੀ ਚਾਹੀਦੀ ਹੈ ਕਿ ਵਿਆਕਰਣ ਤੇ ਸਾਨੂੰ ਸਮਝ ਹੀ ਨਹੀਂ ਆ ਸਕਦੀ। ਮੈਂ ਤੇ ਇਹੋ ਜਿਹੇ ਬੰਦੇ ਜਿਹੜੇ 5 ਜਮਾਤਾਂ ਪਾਸ ਸਨ, ਜਿਹੜੇ ਹਲਵਾਈ ਦਾ ਕੰਮ ਕਰਦੇ ਸਨ, ਜਿਹੜੇ ਕੋਈ ਰਾਜਗੀਰੀ ਦਾ ਕੰਮ ਕਰਦੇ ਸਨ, ਉਹਨਾਂ ਨੂੰ ਵੀ ਜਦੋਂ ਵਿਆਕਰਣ ਕਲਾਸਾਂ ਦੇ ਵਿੱਚ ਪੜ੍ਹਾਈ ਤਾਂ ਉਹਨਾਂ ਕੋਲੋਂ ਹੀ ਪੁੱਛਿਆ, ਦੱਸੋ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇੱਥੇ ਗੁਰਾ ਇੱਕ ਦੇਹ ਬੁਝਾਈ ਵਿੱਚ ਇੱਕ ਦੇ ਸਪੈਲਿੰਗ ਕੀ ਹੋਣਗੇ, ਤੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਉਸ ਇੱਕ ਦੇ ਸਪੈਲਿੰਗ ਕੀ ਹੋਣਗੇ। ਤਾਂ ਉਹਨਾਂ ਬੰਦਿਆਂ ਨੇ ਜਿਨ੍ਹਾਂ ਦੀ ਵਿਦਿਅਕ ਯੋਗਤਾ ਬਹੁਤ ਘੱਟ ਸੀ, ਉਹਨਾਂ ਨੇ ਵੀ ਬਿਲਕੁਲ ਠੀਕ ਸਪੈਲਿੰਗ ਜਿਹੜੇ ਸਨ ਦੋਹਾਂ ਜਗ੍ਹਾ ਦੇ ਉੱਤੇ ਇੱਕ ਦੇ ਵੱਖਰੇ ਵੱਖਰੇ ਸਪੈਲਿੰਗ ਜਿਹੜੇ ਸਨ ਉਹ ਦੱਸੇ, ਤੇ ਬੜਾ ਮਨ ਪ੍ਰਸੰਨ ਹੋਇਆ ਤੇ ਸਮਝ ਆਈ ਕਿ ਜੇ ਕੋਈ ਸਮਝਣ ਦਾ ਯਤਨ ਕਰੇ ਤੇ ਉਸ ਨੂੰ ਗੁਰਬਾਣੀ ਵਿਆਕਰਣ ਬੜੀ ਸੁਖੈਨ ਢੰਗ ਦੇ ਨਾਲ ਬੜੇ ਸਹਿਜੇ ਹੀ ਸਮਝ ਆ ਸਕਦੀ ਹੈ। ਤੇ ਇਸ ਦੀ ਬਹੁਤ ਜ਼ਿਆਦਾ ਮਹਾਨਤਾ ਹੈ ਕਿ ਗੁਰਬਾਣੀ ਨੂੰ ਸਮਝਣ ਵਿੱਚ। ਬਹੁਤ ਸਾਰੀਆਂ ਗੁਰਬਾਣੀ ਦੀਆਂ ਤੁਕਾਂ ਐਸੀਆਂ ਹਨ, ਜਿਵੇਂ ਅੱਗੇ ਚੱਲ ਕੇ ਅਸੀਂ ਪੜਾਂਗੇ, ਕਿ ਗੁਰਬਾਣੀ ਵਿਆਕਰਣ ਦੀ ਜਦੋਂ ਸਮਝ ਨਹੀਂ ਸੀ ਤਾਂ ਸਾਨੂੰ ਬੜੇ ਟੱਪੜੇ ਲਾਏ ਜਾਂਦੇ ਸਨ। ਮਨਮਤ ਵਿਰੋਧੀ ਗੱਲਾਂ ਜਿਹੜੀਆਂ ਹਨ, ਗੁਰਮਤ ਤੋਂ ਵਿਰੋਧੀ ਗੱਲਾਂ ਜਿਹੜੀਆਂ ਮਨਮਤ ਦੀਆਂ ਗੱਲਾਂ ਹਨ, ਉਹ ਗੁਰਬਾਣੀ ਦੇ ਅਰਥਾਂ ਦੇ ਵਿੱਚ ਘਸੋੜ ਕੇ ਸਾਡੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਸਨ ਕਈ ਪ੍ਰਚਾਰਕਾਂ ਦੁਆਰਾ। ਜਿਹੜੇ ਹਿੰਦੂ ਮਤ ਦੇ ਪ੍ਰਚਾਰਕ ਸਨ ਜਾਂ ਅਨਮਤੀ ਪ੍ਰਚਾਰਕ ਸਨ, ਉਹ ਇਹਨਾਂ ਸ਼ਬਦਾਂ ਗੁਰਬਾਣੀ ਦੀਆਂ ਤੁਕਾਂ ਨੂੰ ਬੜੇ ਹੋਰ ਢੰਗ ਤਰੀਕੇ ਦੇ ਨਾਲ ਵਰਤਦੇ ਸਨ। ਪਰ ਜਦੋਂ ਗੁਰਬਾਣੀ ਦੀ ਸਮਝ ਆਈ ਤਾਂ ਸਿਧਾਂਤ ਬਿਲਕੁਲ ਨਿਖਰ ਕੇ ਸਾਹਮਣੇ ਆਉਣ ਲੱਗੇ। ਸੋ ਹੁਣ ਅਸੀਂ ਗੁਰਬਾਣੀ ਵਿਆਕਰਣ ਦੇ ਸਰਲ ਨੇਮ ਜਿਹੜੇ ਹਨ ਉਹ ਆਰੰਭ ਕਰਦੇ ਹਾਂ ਸਤਿਗੁਰੂ ਦੀ ਮਿਹਰ ਦੇ ਨਾਲ, ਬਖਸ਼ਿਸ਼ ਦੇ ਨਾਲ, ਕਿਰਪਾ ਦੇ ਨਾਲ। ਸਤਿਗੁਰੂ ਜਿਵੇਂ ਜਿਵੇਂ ਆਪਣਾ ਹੱਥ ਮਿਹਰ ਭਰਿਆ ਹੱਥ ਸਾਡੇ ਸਿਰਾਂ ਦੇ ਉੱਤੇ ਰੱਖਣਗੇ, ਸਾਨੂੰ ਗੁਰਬਾਣੀ ਵਿਆਕਰਣ ਦੇ ਨੇਮ ਸਮਝ ਆਉਣਗੇ। ਸਭ ਤੋਂ ਪਹਿਲਾਂ ਜਿਹੜਾ ਨਿਯਮ ਹੈ ਉਹ ਮੁਕਤਾ ਅੱਖਰ ਦੇ ਬਾਰੇ ਆਪਾਂ ਕਰ ਰਹੇ ਹਾਂ। ਮੁਕਤਾ ਦਾ ਸੰਬੰਧ ਉਸ ਸ਼ਬਦ ਦੇ ਨਾਲ ਹੁੰਦਾ ਹੈ ਜਿਸ ਨੂੰ ਕੋਈ ਲੱਗ ਮਾਤਰ ਨਹੀਂ ਲੱਗੀ ਹੁੰਦੀ। ਲੱਗ ਮਾਤਰ ਦਾ ਮਤਲਬ ਹੈ ਕੋਈ ਔਂਕੜ ਨਹੀਂ ਲੱਗੀ ਹੁੰਦੀ, ਕੋਈ ਸਿਆਰੀ ਨਹੀਂ ਲੱਗੀ ਹੁੰਦੀ, ਕੋਈ ਬਿਹਾਰੀ ਨਹੀਂ ਲੱਗੀ ਹੁੰਦੀ, ਕੋਈ ਹੋੜਾ ਨਹੀਂ ਲੱਗਿਆ ਹੁੰਦਾ, ਕੋਈ ਕਨੌੜਾ ਨਹੀਂ ਲੱਗਿਆ ਹੁੰਦਾ। ਭਾਵ ਕਿਸੇ ਕਿਸਮ ਦੀ ਲੱਗ ਮਾਤਰ ਉਸ ਅੱਖਰ ਨੂੰ ਨਹੀਂ ਲੱਗੀ ਹੁੰਦੀ। ਜਿਵੇਂ ਸ਼ਬਦ ਨੰਨਾ, ਰਾਰਾ, ਕੱਕਾ, ਨਰਕ ਹੈ, ਤਾਂ ਇਹਨੂੰ ਕੋਈ ਲੱਗ ਮਾਤਰ ਨਹੀਂ ਲੱਗੀ ਹੋਈ। ਇਹ ਸ਼ਬਦ ਨੂੰ ਆਪਾਂ ਕਵਾਂਗੇ ਇਹ ਮੁਕਤਾ ਸ਼ਬਦ ਹੈ। ਸੋ ਇਸ ਤਰੀਕੇ ਦੇ ਨਾਲ ਹੋਰ ਬੇਅੰਤ ਸ਼ਬਦ ਆਉਣਗੇ। ਸੋ ਪਹਿਲਾ ਨਿਯਮ ਆਪਾਂ ਹੁਣ ਜਿਹੜਾ ਪੜ੍ਹ ਰਹੇ ਹਾਂ ਉਹ ਹੈ ਮੁਕਤਾ ਦੇ ਬਾਰੇ। ਇਸ ਦੇ ਵਿੱਚ ਹੀ ਨਾਲ ਹੀ ਔਂਕੜ ਦੇ ਬਾਰੇ ਵੀ ਨਿਯਮ ਆਉਣਗੇ। ਜਦੋਂ ਆਪਾਂ ਔਂਕੜ ਦਾ ਨਿਯਮ ਪੜਾਂਗੇ ਅਗਲੇ ਚੈਪਟਰ ਦੇ ਵਿੱਚ, ਤਾਂ ਇਹਨਾਂ ਨਿਯਮਾਂ ਦਾ ਉੱਥੇ ਦੁਹਰਾਓ ਹੋਵੇਗਾ, ਕਿਉਂਕਿ ਔਂਕੜ ਤੇ ਮੁਕਤਾ ਦੇ ਨਿਯਮ ਇਹ ਆਪਸ ਵਿੱਚ ਵਿਰੋਧੀ ਹਨ ਤੇ ਇਹ ਦੋਵੇਂ ਨਾਲੋਂ ਨਾਲ ਹੀ ਚੱਲਦੇ ਹਨ। ਸੋ ਪਹਿਲਾ ਆਪਾਂ 11 ਪੰਨੇ ਦੇ ਉੱਤੇ ਮੁਕਤਾ ਦਾ ਪਹਿਲਾ ਜਿਹੜਾ ਨਿਯਮ ਹੈ ਉਹ ਪੜ੍ਹ ਰਹੇ ਹਾਂ। ਇਹ ਧਿਆਨ ਰਵੇ ਕਿ ਜੇਕਰ ਇਹ ਨਿਯਮ ਆਪਾਂ ਯਾਦ ਨਹੀਂ ਕਰਾਂਗੇ, ਇਹਨਾਂ ਨਿਯਮਾਂ ਨੂੰ ਨਹੀਂ ਸਮਝਾਂਗੇ, ਤਾਂ ਇਸ ਤੋਂ ਅੱਗੇ ਗੁਰਬਾਣੀ ਵਿਆਕਰਣ ਦੀ ਸਮਝ ਸਾਨੂੰ ਨਹੀਂ ਆਵੇਗੀ। ਜਿਵੇਂ ਮੈਥ ਦੇ ਵਿੱਚ ਫਾਰਮੂਲੇ ਹੁੰਦੇ ਹਨ, ਜੇ ਪਹਿਲਾ ਫਾਰਮੂਲਾ ਆਪਾਂ ਯਾਦ ਨਾ ਕੀਤਾ ਹੋਵੇ, ਪਹਿਲਾ ਪਹਾੜਾ ਯਾਦ ਨਾ ਕੀਤਾ ਹੋਵੇ, ਪਹਿਲਾ ਟੇਬਲ ਨਾ ਹੁੰਦਾ ਹੋਵੇ, ਤਾਂ ਅੱਗੋਂ ਫਿਰ ਆਉਣ ਵਾਲੇ ਟੇਬਲ ਅਸੀਂ ਹੱਲ ਨਹੀਂ ਕਰ ਸਕਾਂਗੇ। ਆਉਣ ਵਾਲੇ ਫਾਰਮੂਲੇ ਅਸੀਂ ਯਾਦ ਨਹੀਂ ਕਰ ਸਕਾਂਗੇ, ਨਹੀਂ ਸਮਝ ਸਕਾਂਗੇ। ਸੋ ਪਹਿਲਾ ਜਿਹੜਾ ਇੱਥੇ ਨਿਯਮ ਹੈ
ਉਹ ਮੁਕਤਾ ਹੈ। ਉਹਦੇ ਵਿੱਚ ਹੈ ਜਿਨ੍ਹਾਂ ਨਾਵਾਂ ਦੇ ਅੰਤ ਵਿੱਚ ਔਂਕੜ ਹੋਵੇ ਉਹ ਆਮ ਕਰਕੇ ਇੱਕ ਵਚਨ ਸਿੰਗੂਲਰ ਹੁੰਦੇ ਹਨ। ਇਹ ਵੀ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ ਇੱਕ ਵਚਨ ਤੇ ਬਹੁਵਚਨ ਕੀ ਹੁੰਦਾ ਹੈ। ਜਿਹੜੀ ਇੱਕ ਵਸਤੂ ਹੈ ਉਹ ਇੱਕ ਹੈ, ਉਹ ਇੱਕ ਵਚਨ ਹੈ। ਜਦੋਂ ਇੱਕ ਤੋਂ ਜ਼ਿਆਦਾ ਵਸਤੂਆਂ ਹੋ ਜਾਂਦੀਆਂ ਤਾਂ ਉਹਨਾਂ ਨੂੰ ਬਹੁਵਚਨ ਕਿਹਾ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਪ੍ਰਣਾਉ ਦੇ ਵਿੱਚ ਉੱਤਮ ਪੁਰਖ, ਮੱਧਮ ਪੁਰਖ ਤੇ ਅਨਿਆ ਪੁਰਖ, ਜਿਹਨੂੰ ਆਪਾਂ ਫਸਟ ਪਰਸਨ, ਸੈਕੰਡ ਪਰਸਨ ਤੇ ਥਰਡ ਪਰਸਨ ਕਹਿੰਦੇ ਆ, ਇਸ ਗੱਲ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਫਸਟ ਪਰਸਨ ਕੌਣ ਹੁੰਦਾ ਹੈ? ਜਿਸ ਨੂੰ ਆਪਾਂ ਉੱਤਮ ਪੁਰਖ ਕਹਿੰਦੇ ਆ, ਜੋ ਗੱਲਾਂ ਕਰਨ ਵਾਲਾ ਹੋਵੇ ਉਸ ਨੂੰ ਫਸਟ ਪਰਸਨ ਕਹਿੰਦੇ ਹਨ। ਜਿਵੇਂ ਹੁਣ ਮੈਂ ਬੋਲ ਰਿਹਾ ਹਾਂ, ਮੈਂ ਫਸਟ ਪਰਸਨ ਹਾਂ। ਮੈਂ, ਜੇ ਆਪਾਂ ਜ਼ਿਆਦਾ ਬੋਲ ਰਹੇ ਆ, ਅਸੀਂ ਬੋਲ ਰਹੇ ਆ, ਅਸੀਂ ਕੀ ਆ? ਇਹ ਫਸਟ ਪਰਸਨ ਆ। ਗੱਲਾਂ ਕਰਨ ਵਾਲਾ ਫਸਟ ਪਰਸਨ ਆ। ਜਿਸ ਦੇ ਨਾਲ ਗੱਲ ਕੀਤੀ ਜਾਵੇ ਉਹ ਸੈਕੰਡ ਪਰਸਨ ਹੈ। ਜਿਹਦੇ ਚ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਸੀਂ ਕੀ ਹੋ? ਤੁਸੀਂ ਸੈਕੰਡ ਪਰਸਨ ਹੋ। ਤੇ ਥਰਡ ਪਰਸਨ ਹੁੰਦਾ ਹੈ ਅਨਿਆ ਪੁਰਖ, ਜਿੰਦੇ ਬਾਰੇ ਗੱਲ ਕੀਤੀ ਜਾਏ। ਆਪਾਂ ਗੁਰਬਾਣੀ ਵਿਆਕਰਣ ਦੇ ਬਾਰੇ ਗੱਲ ਕਰ ਰਹੇ ਹਾਂ, ਆਪਾਂ ਰੱਬ ਦੇ ਬਾਰੇ ਗੱਲ ਕਰ ਰਹੇ ਹਾਂ, ਆਪਾਂ ਗੁਰੂ ਦੇ ਬਾਰੇ ਗੱਲ ਕਰ ਰਹੇ ਹਾਂ, ਗੁਰਬਾਣੀ ਦੇ ਬਾਰੇ ਗੱਲ ਕਰ ਰਹੇ ਹਾਂ। ਤੋ ਜਿੰਦੇ ਬਾਰੇ ਕੀਤੀ ਜਾਏ ਉਹ ਥਰਡ ਪਰਸਨ ਹੈ। ਸੋ ਫਸਟ ਪਰਸਨ ਜਿਹੜਾ ਗੱਲਾਂ ਕਰ ਰਿਹਾ ਹੋਵੇ, ਸੈਕੰਡ ਪਰਸਨ ਜਿਹਦੇ ਨਾਲ ਗੱਲ ਕੀਤੀ ਜਾਵੇ, ਥਰਡ ਪਰਸਨ ਜਿਹਦੇ ਬਾਰੇ ਗੱਲ ਕੀਤੀ ਜਾਵੇ। ਸੋ ਉੱਤਮ ਪੁਰਖ, ਮੱਧਮ ਪੁਰਖ ਤੇ ਅਨਿਆ ਪੁਰਖ, ਫਸਟ ਪਰਸਨ, ਸੈਕੰਡ ਪਰਸਨ ਤੇ ਥਰਡ ਪਰਸਨ, ਇਸ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਸਿੰਗੂਲਰ ਇੱਕ ਵਚਨ, ਜਿਹੜੀ ਇੱਕ ਵਸਤੂ ਦੇ ਨਾਲ ਗੱਲ ਸੰਬੰਧਿਤ ਹੋਵੇ, ਤੇ ਬਹੁਵਚਨ ਜਿਹਨੂੰ ਪਲੂਰਲ ਕਿਹਾ ਜਾਂਦਾ ਹੈ, ਭਾਵ ਜਿਹੜੇ ਇੱਕ ਤੋਂ ਜ਼ਿਆਦਾ ਵਸਤੂਆਂ ਹੋਣ, ਇੱਕ ਤੋਂ ਜ਼ਿਆਦਾ ਚੀਜ਼ਾਂ ਹੋਣ, ਤੇ ਉਸ ਨੂੰ ਬਹੁਵਚਨ ਕਿਹਾ ਜਾਂਦਾ ਹੈ। ਇੱਥੇ ਕਿਹਾ ਗਿਆ ਹੈ ਕਿ ਜਿਨ੍ਹਾਂ ਨਾਵਾਂ ਦੇ ਅੰਤ ਵਿੱਚ ਕੋਈ ਨਾਮ ਹੈ, ਉਹਦੇ ਅੰਤ ਵਿੱਚ ਔਂਕੜ ਹੋਵੇ, ਉਹ ਆਮ ਕਰਕੇ ਇੱਕ ਵਚਨ ਹੁੰਦੇ ਹਨ। ਇੱਥੇ ਲਫ਼ਜ਼ ਵਰਤਿਆ ਹੈ ਆਮ ਕਰਕੇ। ਆਮ ਕਰਕੇ ਇਸ ਵਾਸਤੇ ਵਰਤਿਆ ਹੈ, ਕਈ ਵਾਰੀ ਕੁਝ ਨਿਯਮ ਐਸੇ ਹਨ ਜਿੱਥੇ ਐਕਸੈਪਸ਼ਨਲ ਕੇਸਿਸ, ਜਿਵੇਂ ਹਰ ਇੱਕ ਨਿਯਮਾਂ ਦੇ ਵਿੱਚ ਹਮੇਸ਼ਾ ਹੁੰਦੇ ਹਨ, ਤਾਂ ਉੱਥੇ ਔਂਕੜ ਤੋਂ ਬਿਨਾਂ ਵੀ ਇਹ ਨਿਯਮ ਤੋਂ ਉਲਟ ਵੀ ਕੋਈ ਗੱਲ ਹੋ ਸਕਦੀ ਹੈ। ਪਰ ਆਮ ਕਰਕੇ ਦਾ ਮਤਲਬ ਹੈ ਵੀ ਬਹੁਤੇ ਕਰਕੇ ਇਹ ਜਿਹੜੇ ਹਨ 99% ਇਹ ਨਿਯਮ ਔਂਕੜ ਵਾਲੇ ਇੱਕ ਵਚਨ ਦੇ ਲਿਖਾਇਕ ਹੁੰਦੇ ਹਨ। ਪਰ ਕੀ ਹੋਵੇ, ਇੱਕ ਵਚਨ ਸਿੰਗੂਲਰ ਹੋਵੇ, ਨਾਮ ਹੋਵੇ, ਨਾਮ ਵੀ ਹੋਵੇ, ਇੱਕ ਵਚਨ ਵੀ ਹੋਵੇ, ਤੇ ਉਹ ਪੁਲਿੰਗ ਹੋਣ। ਇਹ ਤਿੰਨ ਚੀਜ਼ਾਂ ਨੋਟ ਰੱਖਣੀਆਂ ਨੇ। ਇੱਕ ਵਚਨ ਹੋਵੇ, ਔਂਕੜ ਹੋਵੇ ਤੇ ਪੁਲਿੰਗ ਹੋਵੇ, ਤਾਂ ਉਹਨਾਂ ਦੇ ਅੰਤ ਵਿੱਚ ਔਂਕੜ ਹੋਵੇ ਤਾਂ ਉਹ ਇੱਕ ਵਚਨ ਹੋਵੇਗਾ, ਤਾਂ ਉਹਨਾਂ ਦੇ ਥੱਲੇ ਔਂਕੜ ਨਾਲ ਉਹ ਆਉਣਗੇ। ਜੇ ਉਹਨਾਂ ਨੂੰ ਬਹੁਵਚਨ ਬਣਾਉਣਾ ਹੈ, ਪਲੂਰਲ ਬਣਾਉਣਾ ਹੈ, ਤਾਂ ਉਸ ਦੇ ਅੰਤਲੇ ਅੱਖਰ ਦੇ ਨਾਲੋਂ ਔਂਕੜ ਲਾ ਕੇ ਉਸ ਨੂੰ ਮੁਕਤਾ ਕੀਤਾ ਜਾਵੇਗਾ, ਭਾਵ ਲਗ ਮਾਤਰ ਤੋਂ ਮੁਕਤ ਕਰ ਦਿੱਤਾ ਜਾਵੇਗਾ, ਤਾਂ ਉਹ ਫਿਰ ਜਿਹੜਾ ਹੈ ਉਹ ਬਹੁਵਚਨ ਬਣ ਜਾਵੇਗਾ। ਹੁਣ ਆਪਾਂ ਉਦਾਹਰਨ ਲੈ ਰਹੇ ਹਾਂ, ਗੁਰਬਾਣੀ ਦੀ ਤੁਕ ਹੈ, ਤਿੰਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਇੱਥੇ ਨੇ ਸ਼ਬਦ ਨੰਨੇ ਨੂੰ ਲਾ, ਹਾਹੇ ਨੂੰ ਔਂਕੜ ਹੈ। ਤਾਂ ਇੱਥੇ ਹਾਹੇ ਨੂੰ ਔਂਕੜ, ਨੇ ਸ਼ਬਦ ਕੀ ਹੈ? ਕਿਉਂਕਿ ਹਾਹੇ ਨੂੰ ਔਂਕੜ ਲੱਗੀ ਹੋਈ ਹੈ। ਨੇ ਦਾ ਅਰਥ ਹੈ ਪਿਆਰ, ਤੇ ਪਿਆਰ ਕੀ ਹੈ? ਨਾਮ, ਤੇ ਇਹ ਇੱਕ ਵਚਨ ਹੈ ਜਦੋਂ ਔਂਕੜ ਆ ਗਈ। ਨੇ ਸ਼ਬਦ ਪਿਆਰ ਹੈ, ਭਾਵਵਾਚਕ ਨਾਮ ਹੈ, ਤੇ ਇਸ ਨੂੰ ਔਂਕੜ ਲੱਗੀ ਹੋਈ ਹੈ, ਤੇ ਇਹ ਇੱਕ ਵਚਨ ਹੋ ਗਿਆ। ਜਦੋਂ ਇਸ ਦੀ ਔਂਕੜ ਕੱਟੀ ਜਾਵੇਗੀ, ਭਾਵ ਨੰਨੇ ਨੂੰ ਲਾ ਤੇ ਹਾਹਾ ਹੋ ਜਾਵੇਗਾ, ਤਾਂ ਇਹ ਹੋ ਜਾਏਗਾ ਬਹੁਤੇ ਪਿਆਰ। ਉਹ ਤੋਂ ਕਹ ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇ, ਸਭ ਤਰ੍ਹਾਂ ਦੇ ਪਿਆਰ ਝੂਠੇ ਸਨ। ਜਦੋਂ ਅੰਤ ਸਮਾਂ ਆਇਆ, ਉਹ ਦੁਨੀਆ ਦੇ ਸਾਰੇ ਪਿਆਰ ਖਤਮ ਹੋ ਗਏ। ਜਿਹੜੇ ਟੁਕ ਬੈਠਦੇ ਸੀ, ਬੜਾ ਪਿਆਰ ਜਤਾਉਂਦੇ ਸਨ, ਉਹ ਹਰ ਤਰ੍ਹਾਂ ਦੇ ਪਿਆਰ ਜਿਹੜੇ ਸਨ ਕਰਨ ਵਾਲੇ ਬੰਦੇ, ਉਹ ਪਿਆਰ, ਹਰ ਤਰ੍ਹਾਂ ਦੇ ਪਿਆਰ, ਬਹੁਤੇ ਪਿਆਰ, ਉਹ ਸਭ ਕੂੜੇ ਹੋ ਗਏ, ਝੂਠੇ ਹੋ ਗਏ। ਇੱਥੇ ਨੇ ਸ਼ਬਦ ਨੰਨੇ ਨੂੰ ਲਾ ਤੇ ਹਾਹਾ, ਹੁਣ ਕਿਉਂਕਿ ਮੁਕਤਾ ਹੋ ਗਿਆ, ਔਂਕੜ ਕੱਟੀ ਗਈ, ਇਹ ਬਹੁਵਚਨ ਹੈ। ਹੁਣ ਤੁਸੀਂ ਪਛਾਣ ਕਰਨੀ ਹੋਵੇ ਵੀ ਜੇ ਔਂਕੜ ਹੋਵੇਗੀ ਅਖੀਰਲੇ ਅੱਖਰ ਨੂੰ, ਇਹ ਧਿਆਨ ਰੱਖਣਾ, ਨੰਨੇ ਨੂੰ ਲਾ ਤੇ ਹਾਹਾ, ਹਾਹਾ ਇਸ ਦਾ ਅਖੀਰਲਾ ਅੱਖਰ ਹੈ।
ਅਖੀਰਲੇ ਅੱਖਰ ਨੂੰ ਔਂਕੜ ਹੋਵੇ ਇੱਕ ਵਚਨ ਹੋ ਗਈ। ਤੇ ਜੇ ਹਾਹੇ ਮੁਕਤਾ ਹੋ ਗਿਆ ਤੇ ਇੱਥੇ ਹਾਹੇ ਦੀ ਥਾਂ ਤੇ ਕੋਈ ਵੀ ਸ਼ਬਦ ਹੋਵੇ, ਊੜੇ ਤੋਂ ਲੈ ਕੇ ਤੇ ਅੜਾੜੇ ਤੱਕ ਨਿਯਮ ਸਾਰੇ ਅੱਖਰਾਂ ਵਾਸਤੇ ਇੱਕੋ ਹਨ। ਇਹ ਗੱਲ ਵੱਖਰੀ ਹੈ ਕਿ ਸਾਡੇ ਵਿੱਚੋਂ ਕੁਝ ਬੰਦਿਆਂ ਨੇ ਹਾਹੇ ਨੂੰ ਜਦੋਂ ਔਂਕੜ ਲੱਗਦੀ ਹੈ, ਕਿਉਂਕਿ ਇਹ ਬੁਲਾਉਣੀ ਸੌਖੀ ਹੁੰਦੀ ਹੈ, ਤੇ ਅਸੀਂ ਬੁਲਾਉਣ ਲੱਗ ਪੈਂਦੇ ਹਾਂ। ਪਰ ਇੱਕ ਵਚਨ ਨਾਮ ਪੁਲਿੰਗ ਦੇ ਵਿੱਚ ਜਦੋਂ ਔਂਕੜ ਆਵੇਗੀ, ਉਹ ਭਾਵੇਂ ਹਾਹੇ ਨਾਲ ਆਵੇ, ਭਾਵੇਂ ਕੱਕੇ ਨਾਲ ਆਵੇ, ਭਾਵੇਂ ਖੱਖੇ ਨਾਲ ਆਵੇ ਤੇ ਭਾਵੇਂ ਘੱਗੇ ਨਾਲ ਆਵੇ, ਉਹ ਬੁਲਾਉਣੀ ਨਹੀਂ ਹੈ। ਇਹ ਗੱਲ ਵੀ ਅੱਗੇ ਸਪਸ਼ਟ ਕੀਤੀ ਜਾਵੇਗੀ ਨਿਯਮਾਂ ਦੇ ਵਿੱਚ। ਹੁਣ ਦੂਜੀ ਉਦਾਹਰਨ ਮੈਂ ਦੇ ਰਿਹਾ ਵਾਂ, ਇਹਦੇ ਚ ਹਾਹਾ ਨਹੀਂ ਹੈ, ਨੰਨਾ ਰਾੜਾ ਕੱਕਾ, ਕੱਕੇ ਨੂੰ ਔਂਕੜ ਨਰਕ। ਹੁਣ ਤੁਹਾਨੂੰ ਆਪੇ ਹੀ ਪਤਾ ਲੱਗ ਗਿਆ ਹੋਵੇਗਾ ਵੀ ਇਸ ਨਰਕ ਕੱਕੇ ਨੂੰ ਔਂਕੜ ਵਾਲੇ ਦਾ ਅਰਥ ਇੱਕ ਵਚਨ ਹੈ ਜਾਂ ਬਹੁਵਚਨ। ਕਿਉਂਕਿ ਕੱਕੇ ਨੂੰ ਔਂਕੜ ਲੱਗੀ ਹੋਈ ਹੈ। ਨਰਕ ਨਾਮ ਹੈ, ਇੱਕ ਵਚਨ ਹੈ, ਪੁਲਿੰਗ ਹੈ। ਇਹ ਧਿਆਨ ਰੱਖਣਾ, ਇੱਕ ਵਚਨ ਵੀ ਹੋਵੇ, ਪੁਲਿੰਗ ਵੀ ਹੋਵੇ, ਔਂਕੜ ਲੱਗੀ ਹੋਵੇ, ਸਿੰਗੂਲਰ ਹੈ, ਇਸ ਕਰਕੇ ਇਸ ਦਾ ਅਰਥ ਇੱਕ ਨਰਕ ਹੋਵੇਗਾ। ਭਗਤ ਕੀ ਨਿੰਦਾ ਨਰਕ ਪਹੁੰਚਾਵੇ। ਨਰਕ ਤੇ ਨੰਨਾ ਰਾੜਾ ਕੱਕੇ ਨੂੰ ਔਂਕੜ ਹੈ, ਤਾਂ ਇੱਥੇ ਇੱਕ ਨਰਕ ਹੈ। ਜੇ ਭਗਤ ਦੀ ਨਿੰਦਾ, ਜਿਹੜਾ ਬੰਦਾ ਭਗਤੀ ਕਰਦਾ ਹੈ, ਕੋਈ ਵੀ ਬੰਦਾ ਜਿਹੜਾ ਰੱਬ ਵਾਲੇ ਪਾਸੇ ਲੱਗਿਆ ਹੋਇਆ ਹੈ, ਸਾਨੂੰ ਭੁੱਲ ਕੇ ਵੀ ਗੁਰੂ ਪਾਤਸ਼ਾਹ ਨੇ ਕਿਹਾ ਨਿੰਦਾ ਭਲੀ ਕਿਸੇ ਕੀ ਨਹੀਂ। ਭਗਤ ਛੱਡ ਕੇ ਜੇ ਮਾੜਾ ਵੀ ਬੰਦਾ ਹੈ ਉਸ ਦੀ ਵੀ ਨਿੰਦਾ ਨਹੀਂ ਕਰਨੀ। ਇਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। ਅੱਜ ਹੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਵਿਸ਼ਰਾਮਾਂ ਵਾਲਾ ਸਰੂਪ ਸੈਂਚੀਆਂ ਦੇ ਰੂਪ ਵਿੱਚ, ਪੋਥੀਆਂ ਦੇ ਰੂਪ ਵਿੱਚ ਤਿਆਰ ਕਰ ਰਿਹਾ ਹਾਂ, ਤਾਂ 1145 ਪੰਨੇ ਦੇ ਉੱਤੇ ਇੱਕ ਪੂਰਾ ਸ਼ਬਦ ਹੀ ਨਿੰਦਾ ਦੇ ਬਾਰੇ ਸੀ। ਉਹ ਪੜ੍ਹ ਕੇ ਅੱਖਾਂ ਖੁੱਲ ਜਾਂਦੀਆਂ ਹਨ। ਖਾਸ ਤੌਰ ਦੇ ਉੱਤੇ ਸਾਨੂੰ ਪ੍ਰਚਾਰਕਾਂ ਨੂੰ ਕਿਸੇ ਵੀ ਬੰਦੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਆਪਣੀ ਬਿਰਤੀ ਨੂੰ ਸੰਕੋਚਣਾ ਚਾਹੀਦਾ ਹੈ, ਅੰਤਰਮੁਖੀ ਬਣਾਉਣਾ ਚਾਹੀਦਾ ਹੈ। ਇਹ ਮਾੜਾ ਹੋਣਾ, ਚੰਗਾ ਹੋਣਾ, ਇਹ ਸਾਡੇ ਆਪਣੇ ਵੱਸ ਦੀ ਗੱਲ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਨੇ ਹੀ ਸਾਰਿਆਂ ਨੂੰ ਬਣਾਇਆ ਹੈ। ਜਿਹੋ ਜਿਹਾ ਉਸਨੇ ਉਸਦੇ ਅੰਦਰ ਗੁਣ ਭਰੇ ਹਨ, ਔਗਣ ਭਰੇ ਹਨ, ਉਸ ਅਨੁਸਾਰ ਉਹ ਕਾਰਵਾਈ ਕਰਦਾ ਹੈ। ਕੋਈ ਚੰਗਾ ਮੰਦਾ ਆਪਣੇ ਆਪ ਨਹੀਂ ਬਣ ਸਕਦਾ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ, ਬੰਦਾ ਚੰਗਾ ਬਣ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਨਾ ਬਣੇ, ਉਹ ਮਾੜਾ ਬਣ ਜਾਂਦਾ ਹੈ। ਇਹ ਔਗਣ ਤੇ ਗੁਣ ਉਸ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਿੱਤੇ ਹੋਏ ਹੀ ਹਨ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਪਾਣਾ। ਇਹ ਅਕਾਲ ਪੁਰਖ ਵਾਹਿਗੁਰੂ ਦਾ ਪਾਣਾ ਹੈ। ਇਸ ਵਾਸਤੇ ਇਹ ਗੁਰਬਾਣੀ ਵਿਆਕਰਨ ਪੜ੍ਹਦਿਆਂ ਇਹ ਗੱਲ ਆਪਣੇ ਮਨ ਵਿੱਚ ਹਮੇਸ਼ਾ ਬਿਠਾ ਲੈਣੀ ਹੈ ਕਿ ਕਦੇ ਵੀ ਕਿਸੇ ਦੀ ਭੁੱਲ ਕੇ ਵੀ ਨਿੰਦਾ ਨਹੀਂ ਕਰਨੀ। ਸਾਡੇ ਵਾਸਤੇ ਸਾਰੇ ਹੀ ਚੰਗੇ ਹਨ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ। ਅਸੀਂ ਚੰਗੇ ਨਹੀਂ ਆ, ਬਾਕੀ ਸਾਰੇ ਸਾਡੇ ਤੋਂ ਚੰਗੇ ਹਨ। ਸੋ ਇੱਥੇ ਭਗਤ ਕੀ ਨਿੰਦਾ ਨਰਕ ਪਹੁੰਚਾਵਾ। ਨਰਕ ਦੇ ਕੱਕੇ ਨੂੰ ਔਂਕੜ ਹੈ, ਇਸ ਦਾ ਮਤਲਬ ਹੈ ਇੱਕ ਨਰਕ। ਹੁਣ ਜਦੋਂ ਨਰਕ ਦੇ ਕੱਕੇ ਦੀ ਔਂਕੜ ਲੱਥ ਜਾਵੇਗੀ ਤੇ ਨੰਨਾ ਰਾੜਾ ਕੱਕਾ ਆਵੇਗਾ ਤਾਂ ਇਹ ਬਹੁਵਚਨ ਬਣ ਜਾਵੇਗਾ। ਇੱਥੇ ਹੈ ਸਾਧ ਕਾ ਸੰਗ ਨਰਕ ਪਰਹਰਾ। ਜਿਹੜੇ ਸਾਧ ਦਾ ਅਰਥ ਹੈ ਗੁਰੂ, ਜਿਹੜੇ ਗੁਰੂ ਦਾ ਸੰਗ ਕਰਦੇ ਹਨ, ਗੁਰਬਾਣੀ ਦਾ ਸੰਗ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜਦੇ ਹਨ, ਉਹ ਕੀ ਹੋ ਜਾਂਦੇ ਹਨ? ਉਹ ਹਰ ਤਰ੍ਹਾਂ ਦੇ ਨਰਕਾਂ ਤੋਂ ਬਚ ਜਾਂਦੇ ਹਨ। ਪਰਹਰਾ ਦੂਰ ਕਰ ਦਿੰਦੇ ਹਨ ਉਹਨਾਂ ਨਰਕਾਂ ਨੂੰ। ਉਹ ਨੰਨਾ ਰਾੜਾ ਕੱਕਾ ਨਰਕ, ਇਹ ਮੁਕਤਾ ਹੋ ਗਿਆ। ਇਹਦਾ ਅਰਥ ਹੈ ਬਹੁਤੇ ਨਰਕ। ਇਸੇ ਤਰ੍ਹਾਂ ਤੀਜੀ ਉਦਾਹਰਨ ਹੈ ਵਾਰ। ਵਵੇ ਨੂੰ ਕੰਨਾ, ਰਾਰੇ ਨੂੰ ਔਂਕੜ ਵਾਰ। ਜਿਹੜਾ ਵਾਰ ਆਪਾਂ ਗਿਣਦੇ ਆ, ਅੱਜ ਕਿਹੜਾ ਵਾਰ ਹੈ? ਅੱਜ ਸੋਮਵਾਰ ਹੈ, ਮੰਗਲਵਾਰ ਹੈ, ਵੀਰਵਾਰ ਹੈ, ਬੁੱਧਵਾਰ ਹੈ। ਇਹ ਸਾਰੇ ਵਾਰ ਹਨ। ਤੋ ਜਦੋਂ ਵਵੇ ਨੂੰ ਕੰਨਾ, ਰਾਰੇ ਨੂੰ ਔਂਕੜ ਹੋਵੇਗੀ ਤਾਂ ਇਹ ਇੱਕ ਵਚਨ ਹੈ। ਵਾਰ ਕੀ ਹੈ? ਨਾਉ ਹੈ। ਕੀ ਹੈ? ਇਹ ਪੁਲਿੰਗ ਹੈ। ਇਹ ਕੀ ਹੈ? ਇੱਕ ਵਚਨ ਹੈ। ਇਸ ਕਰਕੇ ਇੱਕ ਵਚਨ ਵਾਸਤੇ ਔਂਕੜ ਜ਼ਰੂਰੀ ਹੈ।
ਸੋ ਗੁਰਬਾਣੀ ਦੇ ਤੁਕ ਹੈ, ਥਿਤ ਵਾਰ ਨਾ ਜੋਗੀ ਜਾਣਾ, ਰੁੱਤ ਮਾਂ ਨਾ ਕੋਈ। ਇੱਥੇ ਰੁੱਤੀ ਸ਼ਬਦ ਗਲਤ ਛਪਿਆ ਹੋਇਆ ਹੈ, ਜਿਹੜੀ ਬਿਹਾਰੀ ਹੈ ਉਹ ਕਿਰਪਾ ਕਰਕੇ ਡਿਲੀਟ ਕਰ ਦਿੱਤੀ ਜਾਵੇ। ਰੁੱਤ ਜਿਹੜੀ ਹੈ ਇੱਥੇ ਵਾਰ ਹੈ ਵੀ ਜਦੋਂ ਸ੍ਰਿਸ਼ਟੀ ਪੈਦਾ ਹੋਈ ਉਸ ਦਿਨ ਕਿਹੜਾ ਦਿਨ ਸੀ ਉਹ ਜੋਗੀ ਨਹੀਂ ਜਾਣਦਾ, ਕੋਈ ਵੀ ਨਹੀਂ ਜਾਣਦਾ ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ। ਇੱਥੇ ਮਾਂ ਲਫ਼ਜ਼ ਵੀ ਜਿਹੜਾ ਹੈ, ਮੰਮੇ ਨੂੰ ਕੰਨਾ ਹਾਹੇ ਨੂੰ ਔਂਕੜ, ਮਾਂ ਦਾ ਅਰਥ ਹੈ ਮਹੀਨਾ, ਖਾਸ ਮਹੀਨਾ। ਇਸ ਵਾਸਤੇ ਮਾਂ ਵੀ ਨਾਉਣ ਹੈ, ਇੱਕ ਵਚਨ ਹੈ, ਪੁਲਿੰਗ ਹੈ, ਇਸ ਵਾਸਤੇ ਔਂਕੜ ਦੇ ਨਾਲ ਆਇਆ। ਹੁਣ ਵਵੇ ਨੂੰ ਕੰਨਾ ਰਾਰਾ ਵਾਰ, ਔਂਕੜ ਲੱਥ ਗਈ ਤਾਂ ਇਹ ਬਹੁ ਵਚਨ ਬਣ ਗਿਆ। ਤਾਂ ਇਹਨੂੰ ਆਪਾਂ ਗੁਰਬਾਣੀ 'ਚ ਵੇਖਦੇ ਹਾਂ, ਰਾਤੀ, ਰੁੱਤੀ, ਥਿੱਤੀ, ਵਾਰ, ਇਹ ਸਾਰੇ ਬਿੰਦੀ ਲਾ ਕੇ ਪੜ੍ਹਨੇ ਹਨ। ਰਾਤੀ, ਰੁੱਤੀ, ਥਿੱਤੀ, ਵਾਰ। ਇਹ ਵਾਰ ਵਵੇ ਨੂੰ ਕੰਨਾ ਤੇ ਰਾਰਾ ਬਿਨਾਂ ਔਂਕੜ ਤੋਂ ਹੈ। ਇਸਦਾ ਮਤਲਬ ਹੈ ਬਹੁਤੇ ਵਾਰ, ਜਿੰਨੇ ਵੀ ਵਾਰ ਹਨ, ਜਿੰਨੀਆਂ ਵੀ ਰਾਤਾਂ ਹਨ, ਜਿੰਨੀਆਂ ਵੀ ਰੁੱਤਾਂ ਹਨ, ਜਿੰਨੀਆਂ ਵੀ ਥਿੱਤਾਂ ਹਨ, ਇਹਨਾਂ ਸਾਰਿਆਂ ਦੇ ਵਿਚਕਾਰ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਧਰਮ ਕਮਾਉਣ ਦੇ ਵਾਸਤੇ ਇਹ ਧਰਤੀ ਦੇ ਉੱਤੇ ਆਪਾਂ ਆਏ ਹਾਂ। ਸੋ ਇੱਥੇ ਵਾਰ ਸ਼ਬਦ ਜਿਹੜਾ ਹੈ ਬਹੁਤੇ ਵਾਰ, ਇੱਕ ਵਾਰ ਨਹੀਂ, ਇਹ ਬਹੁ ਵਚਨ ਹੈ। ਯਾਦ ਰੱਖਣਾ, ਇੱਕ ਵਚਨ ਹੋਵੇ, ਪੁਲਿੰਗ ਹੋਵੇ ਤੇ ਨਾਮ ਹੋਵੇ ਤਾਂ ਉਸ ਨੂੰ ਔਂਕੜ ਲੱਗਦੀ ਹੈ, ਪਰ ਜਦੋਂ ਉਹ ਬਹੁ ਵਚਨ ਬਣਾਉਣਾ ਹੈ ਤਾਂ ਔਂਕੜ ਲੱਥ ਜਾਂਦੀ ਹੈ। ਇੱਥੇ ਵਵੇ ਨੂੰ ਕੰਨਾ ਰਾਰਾ ਵਾਰ, ਇਹ ਬਹੁ ਵਚਨ ਹੈ, ਇਸ ਵਾਸਤੇ ਇਹਦੀ ਔਂਕੜ ਲੱਥ ਗਈ। ਹੁਣ ਅੱਗੇ ਹੈ ਪੰਡਤ ਲਫ਼ਜ਼। ਸੋ ਪੰਡਿਤ ਜੋ ਮਨ ਪ੍ਰਬੋਧਾ, ਉਹ ਵਿਦਵਾਨ ਹੈ, ਉਹ ਪੰਡਤ ਹੈ, ਉਹ ਸਿਆਣਾ ਹੈ, ਜਿਹੜਾ ਆਪਣੇ ਮਨ ਨੂੰ ਸਮਝਾਉਂਦਾ ਹੈ, ਆਪਣੇ ਮਨ ਨੂੰ ਪ੍ਰਚਾਰ ਕਰਦਾ ਹੈ, ਆਪਣੇ ਮਨ ਨੂੰ ਵਸ 'ਚ ਕਰਦਾ ਹੈ। ਪੰਡਤ ਦੇ ਤੱਤੇ ਨੂੰ ਔਂਕੜ ਹੈ। ਇਸ ਦਾ ਮਤਲਬ ਹੈ ਪੰਡਤ ਕੀ ਹੈ, ਇਹ ਨਾਮ ਹੈ, ਇੱਕ ਵਚਨ ਹੈ, ਪੁਲਿੰਗ ਵੀ ਹੈ, ਤੇ ਇਸ ਕਰਕੇ ਇਸ ਤੱਤੇ ਨੂੰ ਔਂਕੜ ਲੱਗੀ ਹੋਈ ਹੈ। ਇਹ ਇੱਕ ਵਚਨ ਪੁਲਿੰਗ ਹੋ ਗਿਆ। ਪੰਡਤ, ਇੱਕ ਪੰਡਤ ਦੀ ਗੱਲ ਕੀਤੀ ਗਈ ਹੈ। ਸੋ ਪੰਡਿਤ ਜੋ ਮਨ ਪ੍ਰਬੋਧਾ। ਹੁਣ ਜਦੋਂ ਇਹ ਔਂਕੜ ਲੱਥ ਜਾਵੇਗੀ ਪੰਡਤ ਦੀ ਤਾਂ ਅਰਥ ਹੋ ਜਾਣਗੇ ਬਹੁਤੇ ਪੰਡਤ, ਬਹੁਤੇ ਸਿਆਣੇ ਬੰਦੇ। ਤੇ ਗਾਵਣ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾਂ ਨਾਲੇ। ਇੱਥੇ ਪੰਡਿਤ ਲਫ਼ਜ਼ ਤੱਤੇ ਨੂੰ ਔਂਕੜ ਦੇ ਨਾਲ ਨਹੀਂ ਆਇਆ। ਹੁਣ ਪੱਪੇ ਨੂੰ ਟਿੱਪੀ, ਡੱਡੇ ਨੂੰ ਸਿਹਾਰੀ ਤੇ ਤੱਤਾ ਮੁਕਤਾ ਆਇਆ ਹੈ, ਔਂਕੜ ਲੱਥ ਗਈ ਹੈ। ਇਸ ਦਾ ਮਤਲਬ ਹੈ ਬਹੁਤੇ ਪੰਡਤ। ਇਸ ਪ੍ਰਮਾਣ ਦੀ ਆਪਾਂ ਨੂੰ ਅੱਗੇ ਲੋੜ ਪਵੇਗੀ ਜਦੋਂ ਆਪਾਂ ਪੜਾਂਗੇ ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਇਹ ਤੁਕ ਦੇ ਨਾਲ ਸਦ ਬਾਣੀ ਦੀ ਤੁਕ ਹੈ, ਜਿਸ ਨੂੰ ਸੁਣਾ ਸੁਣਾ ਕੇ ਸਾਨੂੰ ਵਰਗਲਾਇਆ ਜਾਂਦਾ ਸੀ ਕਿ ਪੰਡਤ ਨੂੰ ਬੁਲਾਉਣਾ, ਉਹ ਆ ਕੇ ਇਹ ਕਿਰਿਆ ਕਰੇ, ਇਹ ਪੜ੍ਹੇ, ਗਰੜ ਪੁਰਾਣ ਦੀ ਕਥਾ ਕਰੇ। ਤੇ ਜਦੋਂ ਆਪਾਂ ਗੁਰਬਾਣੀ ਵਿਆਕਰਨ ਦੇ ਅਨੁਸਾਰ ਇਸ ਦੇ ਅਰਥ ਕਰਾਂਗੇ, ਅੱਜ ਹੋ ਜਾਣ ਜਾਂ ਅਗਲੇ ਟੌਪਿਕ ਦੇ ਵਿੱਚ ਇਹ ਗੱਲ ਆਵੇ, ਤਾਂ ਉੱਥੇ ਪੰਡਤ ਸ਼ਬਦ ਦੀ ਇਹ ਵਰਤੋਂ ਦੀ ਲੋੜ ਪਵੇਗੀ। ਫਿਰ ਪੰਡਤ ਸ਼ਬਦ ਦਾ ਸਰੂਪ ਕੀ ਹੈ? ਜੇ ਤੱਤੇ ਨੂੰ ਔਂਕੜ ਨਾਲ ਹੈ ਤਾਂ ਇੱਕ ਪੰਡਤ ਹੈ, ਜੇ ਤੱਤਾ ਮੁਕਤਾ ਹੈ, ਭਾਵ ਤੱਤੇ ਨੂੰ ਔਂਕੜ ਨਹੀਂ ਲੱਗੀ ਹੋਈ, ਤਾਂ ਇਸ ਦਾ ਮਤਲਬ ਹੈ ਬਹੁਤੇ ਪੰਡਤ। ਹੁਣ ਜਨ ਸ਼ਬਦ ਹੈ, ਜੱਜਾ ਨੰਨੇ ਨੂੰ ਔਂਕੜ, ਇਸ ਦਾ ਮਤਲਬ ਸੇਵਕ। ਇੱਕ ਸੇਵਕ ਦੀ ਗੱਲ ਕੀਤੀ ਹੈ। ਜਨ ਰਾਤਾ ਹਰ ਨਾਮ ਕੀ ਸੇਵਾ। ਸੇਵਕ ਕੌਣ ਹੈ? ਜਨ ਕੌਣ ਹੈ? ਜਿਹੜਾ ਹਰ ਸਮੇਂ ਹਰੀ ਦੇ ਨਾਮ ਦੀ ਸੇਵਾ ਵਿੱਚ ਲੱਗਾ ਰਹਿੰਦਾ ਹੈ। ਹੁਣ ਹਰੀ ਦੇ ਨਾਮ ਦੀ ਸੇਵਾ ਕੀ ਹੈ, ਇਹ ਗੱਲ ਵੀ ਸਮਝਣੀ ਹੈ। ਹਰੀ ਦੇ ਨਾਮ ਦੀ ਸੇਵਾ ਦਾ ਅਰਥ ਇਹ ਹੈ ਕਿ ਜੋ ਗੁਰਬਾਣੀ ਕਹਿੰਦੀ ਹੈ, ਜੋ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਗੁਰਬਾਣੀ ਦੇ ਅਨੁਸਾਰ, ਗੁਰਬਾਣੀ ਦੇ ਉਪਦੇਸ਼ਾਂ ਦੇ ਅਨੁਸਾਰ ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ। ਜਿਹੜਾ ਮਨੁੱਖ ਉਹਨਾਂ ਗੁਰਬਾਣੀ ਦੇ ਨਿਯਮਾਂ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ, ਉਹ ਹਰੀ ਦਾ ਸੇਵਕ ਹੈ। ਇਹ ਹਰੀ ਦੀ ਸੇਵਾ ਹੈ। ਔਰ ਹਰੀ ਨੂੰ ਕੋਈ ਮੁੱਠੀ ਚਾਪੀ ਨਹੀਂ ਕਰਨੀ, ਹਰੀ ਨੂੰ ਕੋਈ ਫੁਲਕਾ ਨਹੀਂ ਛਕਾਉਣਾ, ਹਰੀ ਨੂੰ ਕੋਈ ਲੇਪ ਤੁਲਾਈਆਂ ਨਹੀਂ ਦੇਣੀਆਂ। ਹਰੀ ਦੀ ਸੇਵਾ ਕੀ ਹੈ
ਕਿ ਹਰੀ ਦੇ ਪਰਮਾਤਮਾ ਦੇ ਕਹੇ ਹੋਏ ਬਚਨ ਜਿਹੜੇ ਗੁਰਬਾਣੀ ਦੇ ਵਿੱਚ ਅੰਕਿਤ ਹਨ, ਹੋ ਆਪੂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਇਹ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਜੋ ਮੈਨੂੰ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਹੋਇਆ ਮੈਂ ਉਹ ਗੁਰਬਾਣੀ ਦੇ ਵਿੱਚ ਉਚਾਰ ਦਿੱਤਾ ਹੈ ਆਪਣੇ ਮੂੰਹ ਤੋਂ। ਇਹ ਬਚਨ ਸਾਰੇ ਅਕਾਲ ਪੁਰਖ ਵਾਹਿਗੁਰੂ ਦੇ ਹਨ ਤੇ ਅਕਾਲ ਪੁਰਖ ਨੇ ਦੱਸਿਆ ਵੀ ਜੀਵ ਨੇ ਇਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਨੀ ਹੈ ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਦੱਸੇ ਹੋਏ ਰਾਹ ਮੁਤਾਬਕ ਉਹ ਰਾਹ ਜਿਹੜਾ ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਹੈ ਉਸ ਅਨੁਸਾਰ ਜ਼ਿੰਦਗੀ ਬਤੀਤ ਕਰਦਾ ਹੈ। ਤੇ ਪਤਾ ਕਿਵੇਂ ਲੱਗਦਾ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਦੇ ਹਾਂ ਤੇ ਫਿਰ ਸਾਨੂੰ ਸਮਝ ਲੱਗਦੀ ਹੈ ਵੀ ਗੁਰਸਿੱਖ ਨੇ ਕਿਵੇਂ ਜੀਵਨ ਜੀਉਣਾ ਹੈ। ਸਹਿਜ ਪਾਠ ਤੋਂ ਸਾਰਾ ਕੁਝ ਪਤਾ ਲੱਗਦਾ ਹੈ। ਜੇ ਸਹਿਜ ਪਾਠ ਗੁਰਸਿੱਖ ਨਹੀਂ ਕਰਦਾ ਫਿਰ ਉਸ ਨੂੰ ਸਮਝ ਨਹੀਂ ਲੱਗ ਸਕਦੀ, ਉਹ ਜਨ ਨਹੀਂ ਬਣ ਸਕਦਾ। ਤੋ ਜਨ ਬਣਦਾ ਹੈ ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਹੋਵੇ, ਸਿੱਖ ਸਹਿਜ ਪਾਠ ਕਰਦਾ ਹੈ, ਸਹਿਜ ਪਾਠ ਕਰਕੇ ਸਮਝ ਪੈਂਦੀ ਹੈ, ਸਮਝ ਪੈਂਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਵਿਚਾਰਾਂ ਦੇ ਉੱਤੇ ਅਮਲ ਹੁੰਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਹੀ ਉਹਨਾਂ ਵਿਚਾਰਾਂ ਤੇ ਅਮਲ ਕਰਕੇ ਸਿੱਖ ਜਿਹੜਾ ਹੈ ਉਹ ਜਨ ਬਣ ਜਾਂਦਾ ਹੈ, ਸੇਵਕ ਬਣ ਜਾਂਦਾ ਹੈ। ਸੋ ਜਨ ਰਾਤਾ, ਰਾਤਾ ਮਨੇ ਰਚਿਆ ਹੋਇਆ, ਹਰ ਨਾਮ ਕੀ ਸੇਵਾ ਹਰ ਸਮੇਂ। ਇਹ ਨਹੀਂ ਕਿ ਹੁਣ ਕਲਾਸ ਲੱਗੀ ਹੋਈ ਆ ਆਪਾਂ ਰੱਤੇ ਹੋਏ ਆ, ਗੁਰਦੁਆਰੇ ਬੈਠੇ ਹੋਏ ਆ ਰੱਤੇ ਹੋਏ ਆ, ਕੀਰਤਨ ਸੁਣਦੇ ਪਏ ਆ ਰੱਤੇ ਹੋਏ ਆ, ਅੱਗੇ ਪਿੱਛੇ ਆਪਾਂ ਗੁਰਬਾਣੀ ਤੋਂ ਟੁੱਟੇ ਹੋਏ ਆ। ਉਹ ਜਨ ਨਹੀਂ ਹੈ। ਜਨ ਉਹ ਹੈ ਜਿਸ ਦੇ ਉੱਤੇ ਕਿਰਪਾ ਹੋ ਜਾਵੇ। ਉਹ ਅਠੇ ਪੈਰ ਏਕਤਾ ਲਿਵਾ ਮਾਨਨ ਹੁਕਮ ਅਪਾਰ, ਉਹ ਉਸ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ। ਹੁਣ ਜਨ ਦੇ ਨੰਨੇ ਨੂੰ ਔਂਕੜ ਹੈ। ਇੱਥੇ ਇੱਕ ਜਨ ਦੀ ਇੱਕ ਸੇਵਕ ਦੀ ਗੱਲ ਕੀਤੀ ਗਈ ਹੈ। ਜਦੋਂ ਇਹ ਔਂਕੜ ਲੱਥ ਜਾਵੇਗਾ ਤਾਂ ਹੁਣ ਬਹੁਤੇ ਸੇਵਕਾਂ ਦੀ ਗੱਲ ਆ ਜਾਵੇਗੀ। ਬਹੁਤੇ ਸੇਵਕ ਕਿਵੇਂ ਹੋਣਗੇ? ਪ੍ਰਭ ਕੋ ਸਿਮਰੈ ਸੇ ਜਨ ਪਰਵਾਨ। ਇੱਥੇ ਜੱਜਾ ਨੰਨਾ ਜਨ ਹੈ, ਇਸ ਦਾ ਮਤਲਬ ਹੈ ਬਹੁਤੇ ਸੇਵਕ। ਹੁਣ ਇੱਕ ਸੇਵਕ ਦੀ ਗੱਲ ਨਹੀਂ ਕੀਤੀ, ਪ੍ਰਭ ਕੋ ਸਿਮਰੈ, ਇਸ ਕਰਕੇ ਇੱਥੇ ਨਾਲ ਕਿਰਿਆ ਵੀ ਹਾਏ ਨੂੰ ਸਿਆਰੀ ਵਾਲੀ ਬਹੁਵਚਨ ਵਾਲੀ ਕਿਰਿਆ ਆ ਰਹੀ ਹੈ। ਜਿਹੜੇ ਪ੍ਰਭੂ ਨੂੰ ਸਿਮਰਦੇ ਹਨ ਸੇ ਜਨ, ਉਹ ਜਨ ਉਹ ਸੇਵਕ ਪ੍ਰਵਾਨ ਹੋ ਜਾਂਦੇ ਹਨ ਤੇ ਜਿਹੜੇ ਨਹੀਂ ਸਿਮਰਦੇ ਸਪਸ਼ਟ ਹੈ ਉਹ ਪ੍ਰਵਾਨ ਨਹੀਂ ਹੋ ਸਕਦੇ। ਅੱਜ ਜਿਹੜਾ ਬੜਾ ਪ੍ਰਚਾਰ ਕੀਤਾ ਜਾ ਰਿਹਾ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ, ਇਹ ਜਾਪ ਨਹੀਂ ਕਰਨੇ, ਸਮਾਧੀ ਨਹੀਂ ਲਾਉਣੀ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ ਹੈ। ਬੇਨਤੀ ਹੈ ਕਿ ਗੁਰਬਾਣੀ ਨੂੰ ਸਮਝੀਏ, ਪੈ ਭਾਵਨੀ ਵਿੱਚ ਰਹੀਏ, ਰੱਬ ਦਾ ਖੌਫ ਰੱਖੀਏ। ਨਾਮ ਹੀ ਇੱਕ ਐਸੀ ਚੀਜ਼ ਹੈ, ਇਹ ਵਾਹਿਗੁਰੂ ਦਾ ਸਿਮਰਨ ਹੀ ਇੱਕ ਐਸੀ ਚੀਜ਼ ਹੈ ਜਿਹੜੀ ਸਾਰੀ ਕਲਾ ਵਰਤਾ ਸਕਦਾ ਹੈ। ਗੁਰਬਾਣੀ ਨੂੰ ਸਮਝਣਾ, ਵਿਚਾਰਨਾ, ਉਸ ਤੇ ਅਮਲ ਕਰਨਾ, ਹਰ ਸਮੇਂ ਸ਼ੁਕਰਾਨੇ ਵਿੱਚ ਵਾਹਿਗੁਰੂ 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 ਇਹ ਨਿਕਲਦੇ ਰਹਿਣਾ, ਉਸ ਦਾ ਸ਼ੁਕਰ ਕਰਦੇ ਰਹਿਣਾ। ਗੁਰੂ ਤੂੰ ਵਾਹ ਹੈ, ਤੂੰ ਵਾਹ ਹੈ, ਤੂੰ ਵਾਹ ਹੈ, ਇਹ ਕਹਿੰਦੇ ਰਹਿਣਾ। ਇਹ ਹੀ ਸਿੱਖ ਦਾ ਜੀਵਨ ਹੈ। ਸੋ ਇੱਥੇ ਜਨ ਸ਼ਬਦ ਜੱਜਾ ਨੰਨਾ ਜਨ ਇਹ ਬਹੁਵਚਨ ਰੂਪ ਵਿੱਚ ਆਇਆ ਹੈ। ਹੁਣ ਮਾਂ ਸ਼ਬਦ ਜਿੰਦਾ ਮੈਂ ਅੱਗੇ ਵੀ ਜ਼ਿਕਰ ਕੀਤਾ, ਮੈਨੂੰ ਕੰਨਾ ਹਾਏ ਨੂੰ ਔਂਕੜ, ਇਹ ਮਾਂ ਹੈ। ਇਹਨੂੰ ਮਾਂ ਨਹੀਂ ਬੋਲਣਾ। ਹਾਏ ਨੂੰ ਔਂਕੜ ਆ ਗਈ ਕਿਉਂਕਿ ਹਾਏ ਸਾਡੀ ਜ਼ੁਬਾਨ, ਸਾਡੀ ਜੀਭ ਬੜੀ ਜਲਦੀ ਇਹਨੂੰ ਮਾਂ ਉਚਾਰਨ ਕਰ ਸਕਦੀ ਹੈ, ਪਰ ਜਦੋਂ ਚੱਚਾ ਲੱਲੇ ਨੂੰ ਔਂਕੜ ਆਵੇਗੀ ਉੱਥੇ ਉਚਾਰਨ ਨਹੀਂ ਹੁੰਦਾ। ਜਦੋਂ ਨੰਨਾ ਰਾਲਾ ਕੱਕੇ ਨੂੰ ਔਂਕੜ ਆਈ ਉੱਥੇ ਨਰਕੋ ਉਚਾਰਨ ਨਹੀਂ ਆਪਾਂ ਕੀਤਾ, ਕੱਕੇ ਜੇ ਔਂਕੜ ਨਹੀਂ ਬੁਲਾਈ। ਹੈਰਾਨੀ ਹੁੰਦੀ ਹੈ ਇੱਕੋ ਹੀ ਪੰਕਤੀ ਦੇ ਵਿੱਚ 10 ਜਗ੍ਹਾ ਦੇ ਉੱਤੇ ਔਂਕੜ ਲੱਗੀ ਹੋਵੇਗੀ, ਬਾਕੀ ਅੱਖਰਾਂ ਦੇ ਨਾਲ ਅਸੀਂ ਨਹੀਂ ਬੁਲਾਵਾਂਗੇ। ਹੋਰ ਤੇ ਹੋਰ ਜਿੱਥੇ ਹਾਹੇ ਨੂੰ ਔਂਕੜ ਲੱਗੀ ਹੋਵੇ, 2 ਸ਼ਬਦ ਹਾਹੇ ਵਾਲੇ ਆ ਜਾਣ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਨ, ਉੱਥੇ ਝੱਟ ਅਸੀਂ ਇਹੋ ਪੜ੍ਹ ਦਿਆਂਗੇ। ਤੇ ਜਦੋਂ ਉਹ ਸ਼ਬਦ ਜਿਹੜਾ ਸੀ ਹਾਹੇ ਨੂੰ ਔਂਕੜ ਤਾਂ ਉੱਥੇ ਵੀ ਲੱਗੀ ਹੋਈ ਸੀ, ਉੱਥੇ ਕਦੀ ਨਹੀਂ ਕਿਸੇ ਨੇ ਬੋਲਿਆ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਨ। ਇਹਦਾ ਅਸਲ ਸ਼ੁੱਧ ਉਚਾਰਨ ਹੈ ਉਹ ਵੇਖਿਆ, ਹਾਹੇ ਦੀ ਔਂਕੜ ਨਹੀਂ ਬੁਲਾਉਣੀ ਉਹਦੇ ਵਿੱਚ। ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ, ਇਹ ਉਹਦੀ ਹਾਹੇ ਦੀ ਔਂਕੜ ਨਹੀਂ ਬੁਲਾਉਣੀ। ਸੋ ਹਾਹੇ ਦੇ ਵਾਸਤੇ ਕੋਈ ਵੱਖਰਾ ਨਿਯਮ ਗੁਰੂ ਪਾਤਸ਼ਾਹ ਨੇ ਨਹੀਂ ਬਣਾਇਆ ਕਿ ਹਾਹੇ ਦੀ ਔਂਕੜ ਬੁਲਾਉਣੀ ਹੈ। ਹੁਣ ਇਹ ਸਵਾਲ ਨਾ ਕੀਤਾ ਜਾਏ
ਫਲਾਣੀ ਜਗ੍ਹਾ ਤੇ ਬੁਲਾਈ ਜਾਂਦੀ ਹੈ ਜੀ, ਸਾਡੇ ਕੇਂਦਰੀ ਸਥਾਨ ਦੇ ਉੱਤੇ ਬੁਲਾਈ ਜਾਂਦੀ ਹੈ ਜੀ, ਫਲਾਣੀ ਜਗ੍ਹਾ ਤੇ ਬੁਲਾਈ ਜਾਂਦੀ ਹੈ। ਜੇ ਦੇਸ਼ ਦਾ ਰਾਸ਼ਟਰਪਤੀ, ਹੁਣ ਸਾਡਾ ਇੰਡੀਆ ਦੇ ਵਿੱਚ ਖੱਬੇ ਹੱਥ ਚੱਲਣ ਦਾ ਅਸੂਲ ਹੈ, ਉੱਥੇ ਅਮਰੀਕਾ ਦੇ ਵਿੱਚ ਹੋ ਸਕਦਾ ਸੱਜੇ ਹੱਥ ਚੱਲਣ ਦਾ ਅਸੂਲ ਹੋਵੇ। ਪਰ ਜੇਕਰ ਸਾਡੇ ਰਾਸ਼ਟਰਪਤੀ ਗਲਤ ਚੱਲਦੇ ਹਨ, ਖੱਬੇ ਵਾਲਾ ਸੱਜੇ ਚੱਲਣ ਲੱਗ ਪਵੇ, ਸੱਜੇ ਵਾਲਾ ਖੱਬੇ ਚੱਲਣ ਲੱਗ ਪਵੇ, ਤਾਂ ਉਸ ਦੇ ਨਾਲ ਨਿਯਮ ਗਲਤ ਨਹੀਂ ਹੋ ਜਾਂਦਾ, ਉਹ ਰਾਸ਼ਟਰਪਤੀ ਗਲਤ ਹੋਵੇਗਾ। ਜੋ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਨਿਯਮ ਦਿੱਤੇ ਹਨ, ਉਹ ਨਿਯਮ ਸਾਰੇ ਅੱਖਰਾਂ ਦੇ ਵਾਸਤੇ ਇਕਸਾਰ ਹਨ। ਕਿਸੇ ਇੱਕ ਅੱਖਰ ਨੂੰ ਕੋਈ ਹੋਰ ਨਿਯਮਾਂ ਤੋਂ ਛੋਟ ਨਹੀਂ ਦਿੱਤੀ ਗਈ। ਇਸ ਵਾਸਤੇ ਕੋਈ ਕੀ ਕਰਦਾ ਹੈ, ਕੋਈ ਬੁਲਾਉਂਦਾ ਹੈ, ਨਹੀਂ ਬੁਲਾਉਂਦਾ, ਆਪਣਾ ਉਸ ਨਾਲ ਕੋਈ ਸੰਬੰਧ ਨਹੀਂ ਹੈ। ਨਾ ਕਿਸੇ ਨੂੰ ਇਸ ਕਰਕੇ ਮਾੜਾ ਕਹਿਣਾ ਕਿ ਉਹ ਤੇ ਬੁਲਾਈ ਜਾਂਦਾ ਜੀ, ਉਹ ਤੇ ਮਾੜੇ ਹਨ। ਇਹ ਕੋਈ ਕਸਵੱਟੀ ਨਹੀਂ ਹੈ ਬਈ ਆਪਾਂ ਨੂੰ ਗੁਰਬਾਣੀ ਵਿਆਕਰਨ ਦੇ ਨੇਮ ਆ ਗਏ, ਜਾਂ ਹਾਹੇ ਨੂੰ ਔਂਕੜ ਬੁਲਾਉਣੀ ਨਾ ਬੁਲਾਉਣੀ ਆਪਾਂ ਸਿੱਖ ਲਈ, ਜਾਂ ਸਿਹਾਰੀ ਕਿੱਥੇ ਲੱਗਣੀ ਹੈ, ਬਿਹਾਰੀ ਕਿੱਥੇ ਲੱਗਣੀ ਹੈ, ਇਹ ਨਿਯਮ ਪਤਾ ਲੱਗ ਗਏ ਤੇ ਆਪਾਂ ਪੱਕੇ ਸਿੱਖ ਹੋ ਗਏ, ਉਹ ਕੱਚੇ ਸਿੱਖ ਹੋ ਗਏ। ਆਪਾਂ ਗੁਰਬਾਣੀ ਵਿਆਕਰਨ ਦੇ ਨੇਮ ਇਸ ਕਰਕੇ ਸਿੱਖਣੇ ਹਨ ਕਿ ਸਾਨੂੰ ਗੁਰਬਾਣੀ ਠੀਕ ਢੰਗ ਨਾਲ ਪੜ੍ਹਨੀ ਆ ਜਾਵੇ, ਗੁਰਬਾਣੀ ਠੀਕ ਢੰਗ ਨਾਲ ਸਮਝਣੀ ਆ ਜਾਵੇ, ਗੁਰਬਾਣੀ ਦੇ ਅਰਥ ਠੀਕ ਢੰਗ ਨਾਲ ਕਰਨੇ ਆ ਜਾਣ, ਤੇ ਸਾਨੂੰ ਸਮਝ ਆ ਜਾਵੇ ਕਿ ਗੁਰਬਾਣੀ ਗਲਤ ਪੜ੍ਹਨ ਦੇ ਨਾਲ ਸਾਨੂੰ ਲਾਭ ਨਹੀਂ ਹੁੰਦਾ, ਪਰ ਜਦੋਂ ਅਸੀਂ ਸ਼ੁੱਧ ਪੜ੍ਹਦੇ ਹਾਂ ਤੇ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਹੁਣ ਇੱਥੇ ਮਾਂ ਸ਼ਬਦ ਮੰਮੇ ਨੂੰ ਕੰਨਾ, ਹਾਹੇ ਨੂੰ ਔਂਕੜ, ਇਸ ਦਾ ਅਰਥ ਹੈ ਕਿਉਂਕਿ ਔਂਕੜ ਆ ਗਈ। ਮਾਂ ਨਾਮ ਹੈ, ਮਾਂ ਪੁਲਿੰਗ ਹੈ, ਮਾਂ ਇੱਕ ਵਚਨ ਹੈ, ਸਿੰਗੂਲਰ ਹੈ। ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ, ਇਸ ਵਾਸਤੇ ਇਹ ਇੱਕ ਵਚਨ ਨਾਮ ਹੈ ਤੇ ਇਹਦਾ ਉਚਾਰਨ ਹੈ ਮਾਂ। ਕਵਨ ਸਿਰੁੱਤੀ ਮਾਂ ਕਵਨ ਜਿਤ ਹੋਆ ਆਕਾਰ। ਉਹ ਕਿਹੜਾ ਵਿਸ਼ੇਸ਼ ਮਹੀਨਾ ਸੀ? ਕਿਸੇ ਇੱਕ ਮਹੀਨੇ ਦੀ ਗੱਲ ਕੀਤੀ ਹੈ। ਚੇਤ ਸੀ, ਵਿਸਾਖ ਸੀ, ਜੇਠ ਸੀ, ਹਾੜ ਸੀ, ਜਾਂ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਕਿਹੜਾ ਸੀ ਮਹੀਨਾ? ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ, ਕਹਿਣ ਲੱਗੇ ਕੋਈ ਨਹੀਂ ਜਾਣਦਾ। ਇਹ ਮਾਂ ਇੱਕ ਮਹੀਨੇ ਦੀ ਗੱਲ ਕੀਤੀ ਹੈ। ਹੁਣ ਜਦੋਂ ਇਸ ਮਾਂ ਦੇ ਹਾਏ ਦੀ ਔਂਕੜ ਕੱਟੀ ਜਾਵੇਗੀ ਤਾਂ ਇਸ ਦਾ ਮਤਲਬ ਹੋ ਜਾਏਗਾ ਬਹੁਤੇ ਮਹੀਨੇ। ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, 12 ਮਾਹਾਂ ਦੀ ਬਾਣੀ ਦੇ ਵਿੱਚੋਂ ਹੈ। ਇੱਥੇ ਮਾਂ ਮੰਮੇ ਨੂੰ ਕੰਨਾ ਹਾਹਾ, ਮਾਂ ਦਾ ਅਰਥ ਹੈ ਬਹੁਤੇ ਮਹੀਨੇ। ਇਹ ਸਾਰੇ ਦਿਨ, ਇਹ ਸਾਰੇ ਮੂਰਤ, ਸਾਰੇ ਮਹੀਨੇ ਇਹ ਸਾਡੇ ਲਈ ਚੰਗੇ ਹਨ। ਜਦੋਂ ਸਾਨੂੰ ਰੱਬ ਯਾਦ ਆਉਂਦਾ, ਜਦੋਂ ਸਾਨੂੰ ਗੁਰੂ ਯਾਦ ਆਉਂਦਾ, ਜਦੋਂ ਗੁਰਬਾਣੀ ਯਾਦ ਆਉਂਦੀ ਹੈ, ਕੋਈ ਵਿਸ਼ੇਸ਼ ਮਹੀਨਾ ਜਦੋਂ ਅਸੀਂ ਸੰਗਰਾਂਦ ਸਮਝ ਕੇ ਪਵਿੱਤਰ ਸਮਝਦੇ ਹਾਂ, ਗੁਰੂ ਪਾਤਸ਼ਾਹ ਨੇ ਇਸ ਗੱਲ ਦਾ ਖੰਡਨ ਕੀਤਾ। ਸਾਡੇ ਲਈ ਸਾਰੇ ਮਹੀਨੇ ਹੀ ਚੰਗੇ ਹਨ। ਇੱਥੇ ਬਹੁਤੇ ਮਹੀਨਿਆਂ ਦੀ ਗੱਲ ਕੀਤੀ ਹੈ, ਇਸ ਕਰਕੇ ਮੰਮੇ ਨੂੰ ਕੰਨਾ ਤੇ ਹਾਹਾ ਮਾਂ ਵਰਤਿਆ ਹੈ। ਜੇ ਮਾਂ ਦੇ ਹਾਏ ਨੂੰ ਔਂਕੜ ਹੋਵੇ ਤੇ ਇੱਕ ਵਚਨ, ਜੇ ਹਾਏ ਨੂੰ ਔਂਕੜ ਲੱਥ ਗਈ ਤਾਂ ਇਹ ਬਹੁ ਵਚਨ ਹੋ ਗਿਆ। ਇਸੇ ਪ੍ਰਕਾਰ ਸਿੱਖ, ਸਾਧ, ਸੰਤ, ਜੰਤ, ਪਾਠ, ਜਾਪ, ਤਾਪ, ਸੰਜਮ, ਪੁੰਨ, ਪਾਪ, ਨਿੰਦਕ, ਦੇਸ਼, ਵੇਸ, ਦਿਨ, ਸੁਖ, ਆਹਰ, ਭੋਜਨ ਆਦਿ ਸ਼ਬਦ ਜਿਨ੍ਹਾਂ ਦੇ ਅੰਤ ਵਿੱਚ ਔਂਕੜ ਨਹੀਂ ਲੱਗੀ ਹੋਈ, ਇਹ ਸਾਰੇ ਬਹੁ ਵਚਨ ਦੇ ਲਖਾਇਕ ਹਨ। ਜੇ ਇਹ ਗੱਲ ਸਮਝ ਆ ਗਈ ਤਾਂ ਆਪਾਂ ਦੂਜਾ ਨਿਯਮ ਹੁਣ ਆਰੰਭ ਕਰ ਰਹੇ ਹਾਂ। ਇੱਕ ਗੱਲ ਬੜੀ ਧਿਆਨ ਨਾਲ ਸਮਝ ਲੈਣੀ, ਸੌਖੇ ਰੂਪ ਵਿੱਚ ਵੀ ਔਂਕੜ ਲੱਗੀ ਹੋਈ ਹੈ ਤਾਂ ਇੱਕ ਵਚਨ ਆ, ਔਂਕੜ ਲੱਥ ਗਈ ਤਾਂ ਬਹੁ ਵਚਨ ਹੋ ਗਿਆ। ਹੁਣ ਆਪਾਂ ਬਹੁਵਾਚਕ ਨਾਮ ਦੇ ਵਿਸ਼ੇਸ਼ਣ ਦਾ ਵੀ ਅੰਤਲਾ ਅੱਖਰ ਮੁਕਤਾ ਹੁੰਦਾ ਹੈ। ਜੇ ਔਂਕੜ ਵਾਲੇ ਨਾਮ ਹੋਣਗੇ ਤਾਂ ਉਹਨਾਂ ਦਾ ਵਿਸ਼ੇਸ਼ਣ ਵੀ ਔਂਕੜ ਨਾਲ ਆਵੇਗਾ। ਜੇ ਬਹੁਵਚਨ ਹੋਵੇਗਾ, ਜਿੱਥੇ ਔਂਕੜ ਨਹੀਂ ਲੱਗੀ ਹੋਈ, ਮੁਕਤਾ ਅੰਤਾ, ਤਾਂ ਉਹਨਾਂ ਦੇ ਵਿਸ਼ੇਸ਼ਣ ਨਾਲ ਵੀ ਔਂਕੜ ਨਹੀਂ ਲੱਗੀ ਹੋਵੇਗੀ। ਬੜਾ ਸੌਖਾ ਜਿਹਾ ਕੰਮ ਹੈ। ਔਂਕੜ ਹੈ, ਇੱਕ ਵਚਨ ਹੈ, ਔਂਕੜ ਨਹੀਂ ਹੈ, ਬਹੁਵਚਨ ਹੈ। ਇਹ ਨਾਲ ਮੈਂ ਪੁਲਿੰਗ ਸ਼ਬਦ ਦੀ ਵਰਤੋਂ ਕਰ ਰਿਹਾ ਹਾਂ ਕਿਉਂਕਿ ਇਸਤਰੀ ਲਿੰਗ ਵਾਸਤੇ ਇਹ ਨਿਯਮ ਨਹੀਂ ਹੈ। ਨਾਲ ਮੈਂ ਇੱਕ ਵਚਨ ਦੀ ਗੱਲ ਕਰ ਰਿਹਾ ਹਾਂ। ਇੱਕ ਵਚਨ ਹੋਵੇਗਾ, ਨਾਮ ਹੋਵੇਗਾ, ਪੁਲਿੰਗ ਹੋਵੇਗਾ ਤਾਂ ਇਹ ਇੱਕ ਵਚਨ ਹੈ, ਇਹਦਾ ਵਿਸ਼ੇਸ਼ਣ ਵੀ ਔਂਕੜ ਦੇ ਨਾਲ ਆਵੇਗਾ। ਪਰ ਜਦੋਂ ਔਂਕੜ ਹਟ ਗਈ
ਬਹੁਵਚਨ ਬਣ ਗਿਆ ਤਾਂ ਇਹ ਨਾਮ ਹੈ, ਤਾਂ ਇਸ ਦਾ ਵਿਸ਼ੇਸ਼ਣ ਵੀ ਔਂਕੜ ਤੋਂ ਬਿਨਾਂ ਆਵੇਗਾ। ਜਿਵੇਂ ਹੁਣ ਤੁਕ ਹੈ, ਅਮੁੱਲ ਗੁਣ ਅਮੁੱਲ ਵਪਾਰ, ਉਸ ਅਕਾਲ ਪੁਰਖ ਵਾਹਿਗੁਰੂ ਦਾ ਇਹ ਵਿਸ਼ੇਸ਼ਣ ਜਿਹੜਾ ਹੈ ਇਹ ਅਮੁੱਲ ਹੁਣ ਦੱਸਿਆ ਜਾ ਰਿਹਾ। ਤੇ ਇਹ ਜਿਹੜੇ ਗੁਣ ਨੇ ਵਾਹਿਗੁਰੂ ਦੇ, ਇਹ ਗੁਣ ਗੱਗੇ ਨੂੰ ਔਂਕੜ ਤੇ ਅਨਾਣਾ ਹੈ। ਹੁਣ ਆਪਾਂ ਨੂੰ ਹੁਣ ਤੱਕ ਸਮਝ ਆ ਜਾਣੀ ਚਾਹੀਦੀ ਹੈ ਵੇਖ ਕੇ ਵੀ ਇਹ ਇੱਕ ਵਚਨ ਹੈ ਨਾਮ ਕੇ ਬਹੁਵਚਨ ਹੈ, ਕਿਉਂਕਿ ਔਂਕੜ ਨਹੀਂ ਲੱਗੀ ਹੋਈ ਇਸ ਕਰਕੇ ਬਹੁਵਚਨ ਆ। ਤੇ ਹੁਣ ਬਹੁਵਚਨ ਦਾ ਵਿਸ਼ੇਸ਼ਣ ਜਿਹੜਾ ਹੈ ਇਹਨੂੰ ਔਂਕੜ ਨਹੀਂ ਸੀ ਲੱਗੀ ਹੋਈ ਨਾਮ ਨੂੰ, ਇਸ ਕਰਕੇ ਇਹਦੇ ਵਿਸ਼ੇਸ਼ਣ ਨੂੰ ਵੀ ਔਂਕੜ ਨਹੀਂ ਲੱਗੇਗੀ। ਅਮੁੱਲ ਐੜਾ ਮੰਮੇ ਨੂੰ ਔਂਕੜ ਤੇ ਲੱਲਾ ਬਿਨਾਂ ਔਂਕੜ ਤੋਂ ਆਵੇਗਾ। ਇਹ ਔਂਕੜ ਅਖੀਰਲੇ ਅੱਖਰ ਦੀ ਹੈ ਗੱਲ ਹੈ, ਜਿਹੜੀ ਮੰਮੇ ਨੂੰ ਔਂਕੜ ਲੱਗੀ ਹੋਈ ਹੈ ਉਹਦਾ ਵਿਆਕਰਨ ਦੇ ਨਾਲ ਸੰਬੰਧ ਨਹੀਂ ਹੈ, ਉਹ ਆਪਾਂ ਬੁਲਾਉਣੀ ਹੈ। ਅਮੁੱਲ ਐੜਾ ਮੰਮੇ ਨੂੰ ਆਪਾਂ ਮੁੱਲ ਕਹਿੰਦੇ ਆ, ਮੰਮੇ ਨੂੰ ਔਂਕੜ ਲੱਲਾ ਮੁੱਲ, ਜਿੰਦਾ ਕੋਈ ਮੁੱਲ ਹੋਵੇ। ਤੇ ਜਦੋਂ ਐੜਾ ਲੱਗ ਗਿਆ ਜਿੰਦਾ ਕੋਈ ਮੁੱਲ ਨਾ ਹੋਵੇ ਉਹ ਅਮੁੱਲ ਹੋ ਗਿਆ, ਉਹਦਾ ਕੋਈ ਮੁੱਲ ਹੀ ਨਹੀਂ ਆ, ਅਮੋਲਕ ਹੈ। ਅਕਾਲ ਪੁਰਖ ਵਾਹਿਗੁਰੂ ਦੇ ਗੁਣ ਅਮੋਲਕ ਹਨ ਤੇ ਉਸਦੇ ਵਪਾਰ, ਉਹਨਾਂ ਗੁਣਾਂ ਦੇ ਜਿਹੜੇ ਵਪਾਰ ਹਨ ਉਹ ਵੀ ਬਹੁਵਚਨ ਹੈ। ਇਸ ਕਰਕੇ ਅਮੁੱਲ ਦੇ ਲੱਲੇ ਨਾਲ ਔਂਕੜ ਨਹੀਂ ਆਵੇਗੀ। ਇਹ ਅਮੁੱਲ ਵੀ ਵਪਾਰ ਦਾ ਜਿਹੜਾ ਵਿਸ਼ੇਸ਼ਣ ਹੈ ਇਹ ਵੀ ਬਹੁਵਚਨ ਹੋਵੇਗਾ। ਇੱਥੇ ਕੋਈ ਸੱਜਣ ਇਹ ਭੁਲੇਖਾ ਨਾ ਖਾਵੇ ਕਿ ਵਪਾਰ ਦਾ ਅਰਥ ਇੱਕ ਵਚਨ ਹੈ। ਇਹ ਬਹੁਤੇ ਵਪਾਰਾਂ ਦੀ ਗੱਲ ਕੀਤੀ ਹੈ। ਵਪਾਰ ਕਰਨ ਵਾਲੇ ਵਪਾਰੀਏ ਵਪਾਰ ਕਰਦੇ ਹਨ, ਜਿਵੇਂ ਵਪਾਰੀਏ ਬਹੁਵਚਨ ਹੈ ਇਵੇਂ ਵਪਾਰ ਸ਼ਬਦ ਵੀ ਇੱਥੇ ਔਂਕੜ ਤੋਂ ਬਿਨਾਂ ਬਹੁਵਚਨ ਹੈ। ਇਸ ਕਰਕੇ ਇਹਦੇ ਨਾਲ ਜਿਹੜਾ ਵਿਸ਼ੇਸ਼ਣ ਆਵੇਗਾ ਅਮੁੱਲ ਉਹ ਵੀ ਬਿਨਾਂ ਔਂਕੜ ਤੋਂ ਆਵੇਗਾ। ਹੁਣ ਇਸ ਤੁਕ ਵਿੱਚ ਗੁਣ ਅਤੇ ਵਪਾਰ ਦਾ ਵਿਸ਼ੇਸ਼ਣ ਹੈ ਅਮੁੱਲ, ਕਿਉਂਕਿ ਗੁਣ ਅਤੇ ਵਪਾਰ ਦੋਵੇਂ ਸ਼ਬਦ ਔਂਕੜ ਤੋਂ ਬਿਨਾਂ ਹਨ, ਇਸ ਲਈ ਬਹੁਵਚਨ ਨਾਮ ਹਨ। ਇਹਨਾਂ ਦਾ ਵਿਸ਼ੇਸ਼ਣ ਅਮੁੱਲ ਵੀ ਬਿਨਾਂ ਔਂਕੜ ਤੋਂ ਅਮੁੱਲ ਭਾਵ ਮੁਕਤਾ ਅੰਤ ਹੀ ਹੋਵੇਗਾ। ਹੁਣ ਆਪਾਂ ਇੱਕ ਵਚਨ ਦੀ ਗੱਲ ਵੀ ਨਾਲ ਕਰ ਲਈਏ। ਅਮੁੱਲ ਧਰਮ ਅਮੁੱਲ ਦੀਵਾਨ। ਹੁਣ ਧਰਮ ਸ਼ਬਦ ਜਿਹੜਾ ਹੈ ਧੱਦਾ ਰਾਰਾ ਮੰਮਾ ਨੂੰ ਔਂਕੜ, ਇਹ ਧਰਮ ਨਾਮ ਹੈ। ਧਰਮ ਇੱਕ ਵਚਨ ਹੈ, ਧਰਮ ਪੁਲਿੰਗ ਹੈ, ਇਸ ਵਾਸਤੇ ਔਂਕੜ ਦੇ ਨਾਲ ਆਇਆ। ਹੁਣ ਕਿਉਂਕਿ ਇਹ ਔਂਕੜ ਦੇ ਨਾਲ ਆਇਆ, ਇੱਕ ਵਚਨ ਨਾਮ ਪੁਲਿੰਗ ਹੈ, ਇਸ ਦਾ ਵਿਸ਼ੇਸ਼ਣ ਵੀ ਔਂਕੜ ਦੇ ਨਾਲ ਅਮੁੱਲ ਆਏਗਾ। ਐੜਾ ਮੰਮੇ ਨੂੰ ਔਂਕੜ, ਲੱਲੇ ਨੂੰ ਔਂਕੜ, ਅਮੁੱਲ। ਇਸੇ ਤਰੀਕੇ ਨਾਲ ਅਮੁੱਲ ਦੀਵਾਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਕਚਹਿਰੀ, ਉਹਦਾ ਦਰਬਾਰ, ਉਹਦਾ ਜਿਹੜਾ ਦਰਬਾਰ ਹੈ ਦੀਵਾਨ। ਅਨਾਣੇ ਨੂੰ ਔਂਕੜ ਹੈ, ਦੱਦੇ ਨੂੰ ਬਿਹਾਰੀ, ਬੱਬੇ ਨੂੰ ਕੰਨਾ, ਅਨਾਣੇ ਨੂੰ ਔਂਕੜ, ਦੀਵਾਨ ਕਚਹਿਰੀ, ਉਹਦਾ ਦਰਬਾਰ। ਇਹਦਾ ਜਿਹੜਾ ਵਿਸ਼ੇਸ਼ਣ ਹੈ ਅਮੁੱਲ, ਐੜਾ ਮੰਮੇ ਨੂੰ ਔਂਕੜ, ਲੱਲੇ ਨੂੰ ਔਂਕੜ, ਇਹ ਵਿਸ਼ੇਸ਼ਣ ਵੀ ਔਂਕੜ ਦੇ ਨਾਲ ਆਵੇਗਾ। ਤਾਂ ਮੋਟੀ ਜਿਹੀ ਗੱਲ ਯਾਦ ਕਰਨੀ ਹੈ ਵੀ ਜਿਹੜੇ ਇੱਕ ਵਚਨ ਔਂਕੜ ਵਾਲੇ ਪੁਲਿੰਗ ਨਾਮ ਹਨ ਉਹਨਾਂ ਦੇ ਵਿਸ਼ੇਸ਼ਣ ਵੀ ਔਂਕੜ ਦੇ ਨਾਲ ਆਉਣਗੇ। ਜਿਹੜੇ ਬਹੁਵਚਨ ਨਾਮ ਹਨ ਪੁਲਿੰਗ ਨਾਮ, ਉਹਨਾਂ ਦੇ ਵਿਸ਼ੇਸ਼ਣ ਵੀ ਬਿਨਾਂ ਔਂਕੜ ਤੋਂ ਆਉਣਗੇ, ਕਿਉਂਕਿ ਉਹ ਆਪ ਵੀ ਬਿਨਾਂ ਔਂਕੜ ਤੋਂ ਹੁੰਦੇ ਹਨ। ਹੁਣ ਅਗਲਾ ਜਿਹੜਾ ਸ਼ਬਦ ਹੈ, ਜਿਹੜਾ ਨਿਯਮ ਹੈ, ਉਹ ਧਿਆਨ ਦੇਣਾ ਹੈ। ਹੁਣ ਆਪਾਂ ਜਿਹੜੀ ਹੁਣ ਤੱਕ ਗੱਲ ਕੀਤੀ ਹੈ ਉਹ ਪੁਲਿੰਗ ਨਾਮ ਦੀ ਕੀਤੀ ਹੈ। ਮੈਂ ਬਾਰ-ਬਾਰ ਕਹਿੰਦਾ ਰਿਹਾ ਹਾਂ ਇੱਕ ਵਚਨ ਪੁਲਿੰਗ ਨਾਮ, ਬਹੁਵਚਨ ਪੁਲਿੰਗ ਨਾਮ, ਇੱਥੇ ਇਸਤਰੀ ਲਿੰਗ ਦੀ ਗੱਲ ਨਹੀਂ ਕੀਤੀ। ਹੁਣ ਆਪਾਂ ਜਿਹੜਾ ਨਿਯਮ ਪੜ੍ਹ ਰਹੇ ਹਾਂ 2 ਨੰਬਰ ਨਿਯਮ, ਉੱਥੇ ਇਸਤਰੀ ਲਿੰਗ ਦੀ ਗੱਲ ਕਰ ਰਹੇ ਹਾਂ। ਇਸਤਰੀ ਲਿੰਗ ਨਾਵਾਂ ਦੇ ਅੰਤ ਵਿੱਚ ਆਮ ਤੌਰ ਤੇ ਔਂਕੜ ਨਹੀਂ ਹੁੰਦਾ। ਆਮ ਤੌਰ ਤੇ ਮੈਂ ਸ਼ਬਦ ਵਰਤ ਰਿਹਾ ਹਾਂ, ਕਿਉਂਕਿ ਕੁਝ ਸ਼ਬਦ ਇਸਤਰੀ ਲਿੰਗ ਐਸੇ ਹਨ ਜਿਹੜੇ ਔਂਕੜ ਨਾਲ ਵੀ ਆਉਂਦੇ ਹਨ। ਉਹ ਔਂਕੜ ਦੇ ਨਾਲ ਕਿਉਂ ਆਉਂਦੇ ਹਨ ਉਸ ਗੱਲ ਦਾ ਜ਼ਿਕਰ ਵੀ ਅੱਗੇ ਕੀਤਾ ਜਾਵੇਗਾ। ਇੱਥੇ ਟੂਕ ਮਾਤਰ ਮੈਂ ਦੱਸ ਦਿਆਂ ਕਿ ਉਹ ਆਪਣੀ ਮੂਲਕ ਔਂਕੜ ਜਿਸ ਭਾਸ਼ਾ ਵਿੱਚੋਂ ਉਹ ਆਏ ਹਨ ਉਹ ਆਪਣੀ ਔਂਕੜ ਨਾਲ ਲੈ ਕੇ ਆਏ ਹਨ। ਉਸ ਔਂਕੜ ਦੇ ਉੱਤੇ ਕਿਸੇ ਕਿਸਮ ਦਾ ਕੋਈ ਅਸਰ ਨਹੀਂ ਆਉਂਦਾ
ਕਿਸੇ ਵੀ ਵਿਆਕਰਨਕ ਨਿਯਮ ਦੇ ਨਾਲ ਉਸ ਸ਼ਬਦ ਦੀ ਮੂਲਕ ਔਂਕੜ ਜੋ ਉਸਦੀ ਆਪਣੀ ਔਂਕੜ ਹੁੰਦੀ ਹੈ ਉਹ ਲੱਥਦੀ ਨਹੀਂ ਹੈ, ਉਹ ਕਦੀ ਵੀ ਲੱਥ ਨਹੀਂ ਸਕਦੀ। ਉਹ ਕੁਝ ਖਾਸ ਵਿਸ਼ੇਸ਼ ਸ਼ਬਦ ਹਨ ਜਿਨ੍ਹਾਂ ਦਾ ਜ਼ਿਕਰ ਅੱਗੇ ਕੀਤਾ ਜਾਵੇਗਾ, ਪਰ ਆਮ ਕਰਕੇ ਇਸਤਰੀ ਲਿੰਗ ਨਾਵਾਂ ਦੇ ਅੰਤ ਵਿੱਚ ਆਮ ਤੌਰ ਤੇ ਔਂਕੜ ਨਹੀਂ ਹੁੰਦਾ, ਉਹ ਮੁਕਤਾ ਹੀ ਹੁੰਦੇ ਹਨ। ਇੱਥੋਂ ਭੁਲੇਖਾ ਨਹੀਂ ਖਾ ਜਾਣਾ ਵੀ ਇਹ ਬਹੁਵਚਨ ਪੁਲਿੰਗ ਨਾਮ ਹਨ। ਜਿਵੇਂ ਦੇਹ ਸ਼ਬਦ ਹੈ, ਦੇਹ ਦਾ ਅਰਥ ਹੈ ਦੇਹੀ, ਜਿਹਨੂੰ ਆਪਾਂ ਆਪਣਾ ਸਰੀਰ ਕਹਿੰਦੇ ਆ, ਇਹ ਦੇਹੀ। ਹੁਣ ਆਪਾਂ ਦੇਹੀ ਸ਼ਬਦ ਜਿਹੜਾ ਹੈ ਪਤਾ ਲੱਗਦਾ ਵੀ ਇਹ ਪੁਲਿੰਗ ਹੈ ਕਿ ਇਸਤਰੀ ਲਿੰਗ ਹੈ। ਇਹ ਇਸਤਰੀ ਲਿੰਗ ਸ਼ਬਦ ਹੈ। ਸਾਡੀ ਦੇਹੀ ਮਲੀਨ ਹੋਈ ਪਈ ਹੈ। ਹੁਣ ਦੇਹ ਦਾ ਅਰਥ ਹੈ ਦੇਹੀ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਜਦੋਂ ਸਾਡੀ ਦੇਹੀ ਖਤਮ ਹੋ ਜਾਵੇਗੀ, ਸੰਸਾਰ ਤੋਂ ਜਾਣ ਸਮੇਂ ਸਾਡੀ ਡੈਥ ਹੋ ਜਾਂਦੀ ਹੈ, ਅਕਾਲ ਚਲਾਣਾ ਹੁੰਦਾ ਹੈ, ਤਾਂ ਲੋਕ ਕਹਿੰਦੇ ਨੇ ਹੁਣ ਇਹ ਪ੍ਰੇਤ ਆਤਮਾ ਹੋ ਗਈ ਹੈ ਜੀ। ਇੱਥੇ ਦੇਹ ਦਾ ਅਰਥ ਹੈ, ਇਹ ਸਾਡਾ ਮਤ ਨਹੀਂ ਹੈ, ਇਹ ਜਿਹੜੇ ਆਮ ਲੋਕਾਂ ਦੇ ਮਤ ਸਨ, ਅਣਮਤਾਂ ਦੇ, ਉਹਨਾਂ ਦੀ ਗੱਲ ਕੀਤੀ ਹੈ। ਉਹ ਕਹਿੰਦੇ ਨੇ ਪ੍ਰੇਤ ਆ ਗਿਆ ਜਿਹਦੇ ਅੰਦਰ, ਇਹਨੂੰ ਹੁਣ ਬਾਹਰ ਕੱਢ ਦਿਓ ਜੀ, ਸੂਤਕ ਪੈ ਗਿਆ ਹੈ। ਸਾਡੇ ਗੁਰਸਿੱਖਾਂ ਦੇ ਵਿੱਚ ਅਕਾਲ ਚਲਾਣਾ ਹੈ, ਦੇਹੀ ਨੂੰ ਕੋਈ ਫਰਕ ਨਹੀਂ ਪਿਆ। ਅਸੀਂ ਤਾਂ ਜੰਮਣ ਸਮੇਂ ਹੀ ਸਮਝਦੇ ਹਾਂ, ਜੋ ਜਨਮੈ ਸੋ ਜਾਨੋ ਮੂਆ। ਜਿਹੜਾ ਜੰਮ ਪਿਆ ਹੈ ਇਸਨੇ ਮਰਨਾ ਹੀ ਮਰਨਾ ਹੈ। ਇਸ ਵਾਸਤੇ ਸਿੱਖ ਕਦੇ ਵੀ ਮੌਤ ਤੋਂ ਡਰਦਾ ਨਹੀਂ ਹੈ। ਉਹ ਜੰਮਦਾ ਹੈ ਤਾਂ ਵੀ ਰੱਬ ਦੇ ਨਾਲ ਜੁੜਿਆ ਹੈ, ਉਹ ਮੌਤ ਸਮੇਂ ਵੀ ਰੱਬ ਨਾਲ ਜੁੜਿਆ ਰਹਿੰਦਾ ਹੈ, ਤੇ ਮੌਤ ਤੋਂ ਬਾਅਦ ਵੀ ਗੁਰਸਿੱਖ ਪਰਿਵਾਰ ਜਿਹੜਾ ਹੈ ਉਸ ਨੂੰ ਪ੍ਰੇਤ ਨਹੀਂ ਸਮਝਦਾ। ਉਹ ਸਮਝਦਾ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਸੱਤਿਆ ਇਸ ਵਿੱਚੋਂ ਖਿੱਚ ਲਈ ਤੇ ਇਹ ਹੁਣ ਲਾਸ਼ ਬਣ ਗਿਆ ਹੈ, ਮਿੱਟੀ ਦੀ ਢੇਰੀ ਬਣ ਗਿਆ ਹੈ, ਔਰ ਇਹ ਪ੍ਰੇਤ ਪ੍ਰੂਤ ਕੁਝ ਨਹੀਂ ਬਣਿਆ। ਇੱਥੇ ਦੇਹ ਸ਼ਬਦ ਜਿਹੜਾ ਹੈ ਇਹ ਇਸਤਰੀ ਲਿੰਗ ਸ਼ਬਦ ਹੈ, ਹਾਹਾ ਮੁਕਤਾ ਹੈ। ਅੱਗੇ ਧਨ ਸ਼ਬਦ, ਤੱਦਾ ਨੰਨਾ ਧਨ, ਇਹ ਧਨ ਇਸਤਰੀ ਵਾਸਤੇ ਗੁਰਬਾਣੀ ਵਿੱਚ ਵਰਤਿਆ ਹੈ। ਇਹ ਇਸਤਰੀ ਲਿੰਗ ਸ਼ਬਦ ਹੈ। ਜੇ ਪਿਰ ਕਹੇ ਜੋ ਪਿਰ ਕਹੇ ਜੋ ਪਿਰ ਕਰਾ ਸੋ ਧਨ ਤਤ ਮਾਨਾ। ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਇਹ ਬੜਾ ਵੱਡਾ ਨਿਯਮ ਹੈ। ਇਸ ਗੱਲ ਨੂੰ ਸਮਝਣਾ। ਅੱਜ ਕਰੋਨਾ ਆਇਆ ਹੈ, ਇਹ ਕਰੋਨਾ ਕਿਹਨੇ ਲਿਆਂਦਾ ਹੈ? ਇਹ ਅਕਾਲ ਪੁਰਖ ਵਾਹਿਗੁਰੂ ਨੇ ਆਪੇ ਹੀ ਲਿਆਂਦਾ ਹੈ, ਆਪੇ ਹੀ ਇਸ ਨੂੰ ਦੂਰ ਕਰਨ ਵਾਲਾ ਹੈ। ਜੋ ਉਸਦੇ ਹੁਕਮ ਵਿੱਚ ਹੈ, ਜੋ ਕੁਝ ਹੋ ਰਿਹਾ ਹੈ, ਚੰਗਾ ਹੋ ਰਿਹਾ, ਮੰਦਾ ਹੋ ਰਿਹਾ, ਸਾਨੂੰ ਦੁੱਖ ਆ ਰਿਹਾ, ਸਾਨੂੰ ਸੁੱਖ ਆ ਰਿਹਾ ਹੈ, ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹੈ। ਤੇ ਇਸ ਹੁਕਮ ਨੂੰ ਬੁੱਝਣਾ, ਇਸ ਹੁਕਮ ਨੂੰ ਮੰਨਣਾ, ਇਸ ਦਾ ਨਾਮ ਹੀ ਸੇਵਕੀ ਹੈ, ਇਸ ਦਾ ਨਾਮ ਹੀ ਸਿੱਖੀ ਹੈ। ਤੇ ਇੱਥੇ ਗੁਰੂ ਪਾਤਸ਼ਾਹ ਕਹਿ ਰਹੇ ਹਨ ਕਿ ਜੋ ਕੁਝ ਉਹ ਸਾਡਾ ਪਿਰ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ ਸੋ ਧਨ, ਇਹ ਜੀਵ ਰੂਪੀ ਇਸਤਰੀ ਉਸੇ ਸਮੇਂ ਉਸ ਨੂੰ ਮੰਨਦੀ ਹੈ। ਧਨ ਮਾਨਾ, ਧਨ ਕੀ ਹੈ? ਇਸਤਰੀ। ਤੱਦਾ ਨੰਨਾ ਧਨ, ਇਹਨੂੰ ਔਂਕੜ ਨਹੀਂ ਲੱਗੀ ਹੋਈ, ਇਹ ਇਸਤਰੀ ਲਿੰਗ ਸ਼ਬਦ ਹੈ ਤੇ ਇੱਕ ਵਚਨ ਦਾ ਲਿਖਾਇਕ ਹੈ। ਅੱਗੇ ਸਾਧਨ, ਸੱਸੇ ਨੂੰ ਕੰਨਾ, ਤੱਦਾ ਨੰਨਾ ਸਾਧਨ, ਇਹ ਵੀ ਇਸਤਰੀ ਦੇ ਵਾਸਤੇ ਵਰਤਿਆ ਗਿਆ ਗੁਰਬਾਣੀ ਦੇ ਵਿੱਚ। ਸਾ ਤਨ ਨਾਵੇਂ ਬਾਹਰੀ, ਗੁਰਬਾਣੀ ਦੇ ਵਿੱਚ ਇਹ ਸ਼ਬਦ ਨੂੰ ਸੱਸੇ ਨੂੰ ਕੰਨਾ ਤੇ ਤੱਦਾ ਨੰਨਾ ਇਹ ਅਲੱਗ-ਅਲੱਗ ਕਰਕੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗਿਆ ਹੈ, ਪਰ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੂੰ ਇਕੱਠਾ ਕਰਕੇ ਲਿਖਿਆ ਹੈ। ਇਹ ਸ਼ਬਦ ਜੋੜਾਂ ਦੇ ਵਿੱਚ ਕੁਝ ਅੰਤਰ ਹਨ। ਸ਼ਬਦ ਸਾਧਨ ਹੀ ਪੜਿਆ ਜਾਣਾ ਹੈ, ਪਰ ਸਾਧਨ ਸ਼ਬਦ ਇਸਤਰੀ ਵਾਸਤੇ ਵਰਤਿਆ ਜਾਂਦਾ ਹੈ। ਸੋ ਇੱਥੇ ਵੀ ਧਨ ਸ਼ਬਦ ਸਾਧਨ ਨਾਵੇਂ ਬਾਹਰੀ ਅਵਗਨਵੰਤੀ ਰੋਏ। ਜਦੋਂ ਨਾਮ ਤੋਂ ਟੁੱਟ ਜਾਂਦੇ ਆ ਤਾਂ ਸਾਡੇ ਅੰਦਰ ਔਗਣ ਹੀ ਔਗਣ ਭਰ ਜਾਂਦੇ ਆ। ਜਦੋਂ ਵਾਹਿਗੁਰੂ ਨਾਲੋਂ ਟੁੱਟ ਜਾਂਦੇ ਆ, ਵਾਹਿਗੁਰੂ ਗੁਣਾਂ ਦਾ ਸੋਮਾ ਹੈ, ਤੇ ਉਸ ਨਾਲੋਂ ਟੁੱਟ ਜਾਂਦੇ ਆ, ਫਿਰ ਗੁਣ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੇ। ਜੇ ਵਾਹਿਗੁਰੂ ਨਾਲ ਜੁੜੇ ਰਹਿੰਦੇ ਆ, ਕਿਉਂਕਿ ਉਹ ਸਾਰੇ ਗੁਣਾਂ ਦਾ ਸੋਮਾ ਹੈ, ਤਾਂ ਸਾਰੇ ਗੁਣ ਸਾਡੇ ਅੰਦਰ ਵੀ ਆ ਜਾਂਦੇ ਹਨ। ਸੋ ਇੱਥੇ ਕਿਹਾ ਗਿਆ ਹੈ ਸਾ ਧਨ ਨਾਵੇਂ ਬਾਹਰੀ, ਨਾਮ ਤੋਂ ਬਿਨਾ ਇਹ ਜਿਹੜੀ ਜੀਵ ਰੂਪੀ ਇਸਤਰੀ ਹੈ ਇਹ ਔਗਣ ਵਾਰੀ ਔਗਣਵੰਤੀ ਬਣ ਜਾਂਦੀ ਹੈ। ਅੱਗੇ ਬਾਤ, ਬੱਬੇ ਨੂੰ ਕੰਨਾ ਤੱਤਾ ਬਾਤ, ਜਿਹਨੂੰ ਆਪਾਂ ਬਾਤ ਵੀ ਕਹਿੰਦੇ ਆ। ਜੇ ਤਿਸ ਨਜ਼ਰ ਨਾ ਆਵੇ
ਤਾਂ ਬਾਤ ਨਾ ਪੁੱਛਿਆ ਕਿ ਬਾਤ ਦਾ ਮਤਲਬ ਬਾਤ, ਮੇਰੀ ਤਾਂ ਕੋਈ ਬਾਤ ਹੀ ਨਹੀਂ ਪੁੱਛਦਾ, ਮੇਰੀ ਤਾਂ ਕੋਈ ਬਾਤ ਹੀ ਨਹੀਂ ਪੁੱਛਦਾ, ਭਾਵ ਮੈਨੂੰ ਤਾਂ ਕੋਈ ਸਮਝਾਉਂਦਾ ਹੀ ਨਹੀਂ ਹੈ। ਇੱਥੇ ਬਾਤ ਸ਼ਬਦ ਇਸਤਰੀ ਲਿੰਗ ਹੈ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਆਪਾਂ ਨਹੀਂ ਬਣਦੇ, ਜੋ ਕੁਝ ਕਰਦੇ ਆ, ਧਰਮ ਦਾ ਕੰਮ ਵੀ ਕਰਦੇ ਆ, ਵਿਖਾਵੇ ਵਾਸਤੇ ਕਰਦੇ ਆ, ਹਉਮੈ ਵਾਸਤੇ ਕਰਦੇ ਆ, ਪਖੰਡ ਰੂਪ ਵਿੱਚ ਕਰਦੇ ਆ, ਆਪਣਾ ਨਾਮਣਾ ਬਣਾਉਣ ਵਾਸਤੇ ਕਰਦੇ ਆ, ਤਾਂ ਗੁਰੂ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ। ਤੇ ਗੁਰੂ ਪਾਤਸ਼ਾਹ ਕਹਿੰਦੇ ਜੇ ਉਹਦੀ ਕਿਰਪਾ ਹੀ ਨਹੀਂ ਹੁੰਦੀ, ਜੇ ਉਹਦੀ ਨਜ਼ਰ ਹੀ ਸਾਡੇ ਤੇ ਨਹੀਂ ਹੁੰਦੀ, ਤਾਂ ਸਾਡੀ ਹਾਲਤ ਉਸ ਤਰ੍ਹਾਂ ਦੀ ਹੈ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਜਿਸ ਬੰਦੇ ਦੀ ਕੋਈ ਬਾਤ ਨਹੀਂ ਪੁੱਛਦਾ, ਸਮਝੋ ਸਾਡੀ ਹਾਲਤ ਵੀ ਉਸ ਬੰਦੇ ਦੀ ਤਰ੍ਹਾਂ ਹੀ ਹੈ। ਇੱਥੇ ਬਾਤ ਸ਼ਬਦ ਜਿਹੜਾ ਹੈ ਉਹ ਇਸਤਰੀ ਲਿੰਗ ਸ਼ਬਦ ਹੈ। ਅੱਗੇ ਭੁੱਖ ਸ਼ਬਦ ਹੈ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭੁੱਖ ਸ਼ਬਦ ਇਸਤਰੀ ਲਿੰਗ ਹੈ। ਆਪਾਂ ਇਹ ਕਹਿੰਦੇ ਆ ਮੈਨੂੰ ਭੁੱਖ ਲੱਗੀ ਹੈ, ਮੈਨੂੰ ਭੁੱਖ ਲੱਗਾ ਹੈ ਨਹੀਂ ਕਹਿੰਦੇ। ਸੋ ਭੁੱਖ ਲੱਗੀ ਹੈ ਇਸਤਰੀ ਲਿੰਗ ਹੈ। ਤੋ ਇਹ ਭੁੱਖ ਸ਼ਬਦ ਖੱਖੇ ਨੂੰ ਔਂਕੜ ਦੇ ਨਾਲ ਨਹੀਂ ਆਇਆ, ਇੱਕ ਵਚਨ ਪੁਲਿੰਗ ਨਹੀਂ ਹੈ, ਕਿਉਂਕਿ ਇਸਤਰੀ ਲਿੰਗ ਸ਼ਬਦ ਹੈ। ਤੇ ਆਮ ਤੌਰ ਤੇ ਇਸਤਰੀ ਲਿੰਗ ਸ਼ਬਦ ਜਿਹੜੇ ਹਨ ਉਹ ਔਂਕੜ ਤੋਂ ਬਿਨਾਂ ਹੁੰਦੇ ਹਨ। ਇੱਥੇ ਭੁੱਖ ਸ਼ਬਦ ਜਿਹੜਾ ਹੈ ਉਹ ਇਸਤਰੀ ਲਿੰਗ ਹੈ। ਇਸੇ ਤਰ੍ਹਾਂ ਬਾਤ, ਤੋਖ, ਧੀਰ, ਪਿਆਸ, ਖੇ, ਸੇਬ, ਵੇਲ, ਘਾਲ, ਠੌਰ, ਗਣਤ, ਜੰਝ, ਮੈਲ, ਕਲਮ, ਵਾਟ, ਪੂਜ, ਭੂਖ, ਨੀਂਦ, ਕੰਧ, ਤਿੱਖ, ਪੀੜ, ਪੀਰ, ਆਸ ਆਦਿ ਇਸਤਰੀ ਲਿੰਗ ਹੋਣ ਕਰਕੇ ਮੁਕਤਾ ਅੰਤ ਆਉਂਦੇ ਹਨ। ਹੁਣ ਇੱਥੇ ਇੱਕ ਨੋਟ ਦਿੱਤਾ ਹੋਇਆ ਹੈ, ਉਹ ਨੋਟ ਧਿਆਨ ਨਾਲ ਪੜ੍ਹਨਾ ਹੈ। ਇੱਥੇ ਇਹ ਗੱਲ ਯਾਦ ਰੱਖਣ ਯੋਗ ਹੈ ਕਿ ਕਈ ਅਜਿਹੇ ਇਸਤਰੀ ਲਿੰਗ ਨਾਮ ਹਨ ਜਿਨ੍ਹਾਂ ਦੇ ਅੰਤ ਵਿੱਚ ਹਮੇਸ਼ਾ ਔਂਕੜ ਆਉਂਦਾ ਹੈ, ਜਿਹੜੀ ਗੱਲ ਮੈਂ ਪਹਿਲੇ ਦੱਸੀ ਸੀ। ਇਹ ਔਂਕੜ ਸ਼ਬਦਾਂ ਦਾ ਆਪਣਾ ਹੈ, ਜੋ ਮੌਲਿਕ ਅੰਗ ਹੋਣ ਕਰਕੇ ਹਰ ਹਾਲਤ ਵਿੱਚ ਕਾਇਮ ਰਹਿੰਦਾ ਹੈ। ਸੰਸਕ੍ਰਿਤ ਵਿੱਚੋਂ ਆਉਣ ਸਮੇਂ ਇਹ ਸ਼ਬਦ ਆਪਣਾ ਮੌਲਿਕ ਔਂਕੜ ਨਾਲ ਹੀ ਲੈ ਕੇ ਆਏ ਹਨ। ਇਹ ਔਂਕੜ ਵੇਖ ਕੇ ਸਾਨੂੰ ਸ਼ਬਦਾਂ ਦੇ ਇੱਕ ਵਚਨ ਪੁਲਿੰਗ ਹੋਣ ਦਾ ਭੁਲੇਖਾ ਨਹੀਂ ਪੈਣਾ ਚਾਹੀਦਾ ਵੀ ਇਹ ਸ਼ਬਦ ਇੱਕ ਵਚਨ ਪੁਲਿੰਗ ਹਨ। ਅਜਿਹੇ ਸ਼ਬਦ ਹੇਠ ਲਿਖੇ ਹਨ। ਅੰਸ ਇਹ ਔਂਕੜ ਨਾਲ ਆਇਆ ਹੈ। ਸਾਸ ਸੱਸੇ ਨੂੰ ਔਂਕੜ ਨਾਲ ਆਇਆ ਹੈ। ਹਿੰਗ ਸ਼ਬਦ ਗੰਗੇ ਨੂੰ ਔਂਕੜ ਨਾਲ ਆਇਆ ਹੈ। ਕਫ ਸ਼ਬਦ ਖੱਫੇ ਨੂੰ ਔਂਕੜ ਨਾਲ ਆਇਆ ਹੈ। ਇਸੇ ਤਰ੍ਹਾਂ ਮੈਂ ਜਿੰਨੇ ਸ਼ਬਦ ਪੜਾਂਗਾ ਇਹ ਸਾਰੇ ਔਂਕੜ ਨਾਲ ਆਏ ਹਨ। ਇਹ ਇਹਨਾਂ ਦੀ ਮੂਲਕ ਔਂਕੜ ਹੈ, ਜਿਸ ਭਾਸ਼ਾ ਵਿੱਚੋਂ ਇਹ ਆਏ ਹਨ ਆਪਣੀ ਔਂਕੜ ਨਾਲ ਲੈ ਕੇ ਆਏ ਹਨ, ਤੇ ਕੋਈ ਵੀ ਨਿਯਮ ਇਹਨਾਂ ਦੀ ਇਹ ਔਂਕੜ ਦੂਰ ਨਹੀਂ ਕਰ ਸਕਦਾ। ਖਾਕ, ਖਾਂਡ, ਖੜ, ਚਿੰਜ, ਸ਼ਾਰ, ਜਿੰਦ, ਜਰ, ਤੰਤ, ਦਬ, ਦਰਦ, ਤੇਨ, ਭਾਵੇਂ ਅਨਾਣੇ ਨਾਲ ਹੋਵੇ ਭਾਵੇਂ ਨੰਨੇ ਨਾਲ ਹੋਵੇ, ਧਾਤ, ਪੌਣ, ਫੇਨ, ਬਸਤ, ਬਿਖ, ਬੇਨ, ਥਿੰਦ, ਬਿੰਦ, ਪਸ, ਮਸ, ਮੁਸ਼ਕਲ, ਮਲ, ਮੈਲ, ਰੇਨ, ਰਕਤ, ਰਤ, ਰੇਤ, ਲਾਜ, ਲੱਜ, ਵਾਓ, ਵਿਸ, ਵੰਸ, ਵਾਸ, ਵਸਤ, ਵਥ ਤੇ ਪੰਡ ਸ਼ਬਦ। ਸੋ ਇਹ ਸਾਰੇ ਸ਼ਬਦ ਜਿਹੜੇ ਹਨ ਇਹ ਇਸਤਰੀ ਲਿੰਗ ਆਏ ਹਨ। ਸੋ ਇਸਤਰੀ ਲਿੰਗ ਸ਼ਬਦ ਜਿਹੜੇ ਹਨ ਔਂਕੜ ਤੋਂ ਬਿਨਾਂ ਹੁੰਦੇ ਹਨ ਆਮ ਕਰਕੇ, ਪਰ ਜਿਹੜੇ ਸ਼ਬਦ ਆਪਣੀ ਔਂਕੜ ਮੂਲਕ ਰੂਪ ਦੇ ਵਿੱਚ ਨਾਲ ਲੈ ਕੇ ਆਉਂਦੇ ਹਨ ਉਹ ਸ਼ਬਦ ਦੀ ਔਂਕੜ ਜਿਹੜੀ ਹੈ ਉਹ ਉਹਨਾਂ ਦੇ ਨਾਲ ਹੀ ਰਹਿੰਦੀ ਹੈ। ਉਹ ਉਹਨਾਂ ਦੀ ਮੂਲਕ ਔਂਕੜ ਹੁੰਦੀ ਹੈ। ਉਹਨਾਂ ਦੇ ਅੱਗੇ ਕੋਈ ਸੰਬੰਧਕ ਆ ਜਾਵੇ, ਕੋਈ ਵੀ ਵਿਆਕਰਨ ਦਾ ਨਿਯਮ ਉਹਨਾਂ ਦੀ ਉਸ ਔਂਕੜ ਨੂੰ ਲਾ ਨਹੀਂ ਸਕਦਾ। ਇਹ ਗੱਲ ਯਾਦ ਰੱਖਣੀ ਹੈ। ਸੋ ਮੇਰਾ ਖਿਆਲ ਹੈ ਕਿ ਸਮੇਂ ਦੀ ਸਮਾਪਤੀ ਹੋ ਗਈ ਹੈ। ਸੋ ਇੱਥੇ ਹੀ ਆਪਾਂ ਅੱਜ ਦੀ ਇਸ ਚੈਪਟਰ ਨੂੰ ਕਲੋਜ਼ ਕਰਦੇ ਹਾਂ। ਮੈਂ ਫਿਰ ਦੁਹਰਾ ਦਿਆਂ ਕਿ ਇੱਕ ਵਚਨ ਪੁਲਿੰਗ ਨਾਮ ਦੀ ਨਿਸ਼ਾਨੀ ਕੀ ਹੈ? ਉਹ ਔਂਕੜ ਦੇ ਨਾਲ ਅਖੀਰਲੇ ਅੱਖਰ ਨਾਲ ਆਉਂਦਾ ਹੈ। ਤੇ ਬਹੁ ਵਚਨ ਪੁਲਿੰਗ ਨਾਮ ਦੀ ਨਿਸ਼ਾਨੀ ਕੀ ਹੈ? ਕਿ ਉਸ ਦੀ ਔਂਕੜ ਅਖੀਰਲੀ ਕੱਟੀ ਜਾਂਦੀ ਹੈ। ਜਿਵੇਂ ਨਰਕ, ਨੰਨਾ ਰਾਰਾ ਕੱਕਾ, ਕੱਕੇ ਨੂੰ ਔਂਕੜ ਉਹ ਨਰਕ ਇੱਕ ਵਚਨ ਹੈ। ਨੰਨਾ ਰਾਰਾ ਕੱਕਾ ਮੁਕਤਾ ਉਹ ਬਹੁ ਵਚਨ ਹੈ, ਬਹੁਤੇ ਨਰਕ। ਨਰਕ ਕੱਕੇ ਨੂੰ ਔਂਕੜ ਦੇ ਜਿਹੜੇ ਵਿਸ਼ੇਸ਼ਣ ਹੋਵੇਗਾ ਉਹ ਵੀ ਔਂਕੜ ਤੋਂ ਬਿਨਾਂ ਆਵੇਗਾ।
ਤੇ ਨੰਨਾ ਰਾੜਾ ਕੱਕਾ ਦਾ ਜਿਹੜਾ ਵਿਸ਼ੇਸ਼ਣ ਹੋਵੇਗਾ ਉਹ ਬਿਨਾਂ ਔਂਕੜ ਤੋਂ ਆਵੇਗਾ। ਜਿਵੇਂ ਨਰਕ ਮੁਕਤਾ ਹੈ, ਉਸਦਾ ਵਿਸ਼ੇਸ਼ਣ ਵੀ ਮੁਕਤਾ ਅੰਤ ਹੋਵੇਗਾ। ਅੱਗੇ ਆਪਾਂ ਪੜਿਆ ਇਸਤਰੀ ਲਿੰਗ ਸ਼ਬਦ ਜਿਹੜੇ ਹਨ ਉਹ ਆਮ ਕਰਕੇ ਉਹ ਔਂਕੜ ਤੋਂ ਬਿਨਾਂ ਆਉਂਦੇ ਹਨ, ਤੇ ਕੁਝ ਇਸਤਰੀ ਲਿੰਗ ਸ਼ਬਦ ਐਸੇ ਹਨ ਜਿਨ੍ਹਾਂ ਦੀ ਮੂਲਕ ਔਂਕੜ ਜਿਸ ਭਾਸ਼ਾ ਵਿੱਚੋਂ ਉਹ ਆਏ ਹਨ ਉਹ ਆਪਣੀ ਔਂਕੜ ਨਾਲ ਲੈ ਕੇ ਆਏ ਹਨ। ਇਸ ਵਾਸਤੇ ਉਹਨਾਂ ਦੀ ਉਹ ਔਂਕੜ ਹਮੇਸ਼ਾ ਹੀ ਸ਼ਬਦ ਦੇ ਨਾਲ ਹੀ ਰਹਿੰਦੀ ਹੈ। ਅਖੀਰਲੀ ਔਂਕੜ ਉਹ ਕਿਸੇ ਵੀ ਨਿਯਮ ਦੇ ਨਾਲ ਉਹ ਔਂਕੜ ਲੱਥਦੀ ਨਹੀਂ ਹੈ। ਅੱਗੇ ਆਪਾਂ ਅਗਲੀ ਕਲਾਸ ਵਿੱਚ ਪੜਾਂਗੇ ਇਸਤਰੀ ਲਿੰਗ ਨਾਮ ਦੇ ਜਿਹੜੇ ਵਿਸ਼ੇਸ਼ਣ ਹਨ ਉਹਨਾਂ ਸੰਬੰਧੀ ਕੀ ਨਿਯਮ ਹਨ, ਤੇ ਅੱਗੇ ਜਿਹੜੇ ਜਿਵੇਂ ਜਿਵੇਂ ਨਿਯਮ ਹੋਰ ਆਉਣਗੇ ਉਹ ਨਿਯਮ ਆਪਾਂ ਪੜਾਂਗੇ। ਇਸ ਸੰਬੰਧੀ ਜੇ ਕਿਸੇ ਕਿਸਮ ਦਾ ਕੋਈ ਆਪ ਜੀ ਦੇ ਮਨ ਵਿੱਚ ਸਵਾਲ ਹੋਵੇ ਆਪ ਜੀ ਪੁੱਛ ਸਕਦੇ ਹੋ, ਜਾਂ ਈਮੇਲ ਦੇ ਉੱਤੇ ਵੀ ਵਿਸਥਾਰ ਸਹਿਤ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ ਤਾਂ ਉਹ smclud1980@gmail.com ਇੱਥੇ ਵੀ ਈਮੇਲ ਕਰਕੇ ਆਪ ਜੀ ਨੂੰ ਜਵਾਬ ਜਿਹੜਾ ਹੈ ਉਹ ਭੇਜਿਆ ਜਾ ਸਕਦਾ ਹੈ। ਇਹਨਾਂ ਨਿਯਮਾਂ ਨੂੰ ਦੇ ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਭੁੱਲਾਂ ਗੁਰਬਾਣੀ ਦੇ ਅਰਥਾਂ ਸੰਬੰਧੀ ਕੋਈ ਸੂਝ ਦਿੰਦਿਆਂ ਹੋਇਆਂ ਵਿਚਾਰ ਕਰਦਿਆਂ ਹੋ ਗਈਆਂ ਹੋਣਗੀਆਂ, ਜ਼ਰੂਰ ਹੋਈਆਂ ਹਨ। ਅਣਜਾਣ ਬੱਚਾ ਸਮਝ ਕੇ ਖਿਮਾ ਕਰਨਾ ਜੀ, ਅਸੀਸ ਬਖਸ਼ਣੀ ਜੀ, ਤਾਂ ਕਿ ਰਲ ਮਿਲ ਕੇ ਗੁਰੂ ਦੀ ਕਿਰਪਾ ਦੁਆਰਾ ਆਪਾਂ ਗੁਰਬਾਣੀ ਨੂੰ ਸਮਝ ਸਕੀਏ, ਇਹਨਾਂ ਨਿਯਮਾਂ ਨੂੰ ਵਿਚਾਰ ਸਕੀਏ, ਤੇ ਵਿਚਾਰ ਕੇ ਗੁਰਬਾਣੀ ਪੜ੍ਹ ਕੇ ਸਮਝ ਕੇ ਤੇ ਜੋ ਅੰਤਮ ਸਾਡਾ ਪੜਾਅ ਹੈ ਕਿ ਆਪਣਾ ਜੀਵਨ ਗੁਰਬਾਣੀ ਨਿਯਮਾਂ ਅਨੁਸਾਰ ਬਣਾਉਣਾ। ਇਹ ਗੱਲ ਬਾਰ-ਬਾਰ ਯਾਦ ਰੱਖਣੀ ਹੈ ਕਿ ਗੁਰਬਾਣੀ ਵਿਆਕਰਨ ਸਾਡੇ ਲਈ ਸਭ ਕੁਝ ਨਹੀਂ ਹੈ, ਸਭ ਕੁਝ ਹੈ ਗੁਰਬਾਣੀ ਵਿਆਕਰਨ ਦੇ ਨਿਯਮਾਂ ਨੂੰ ਪੜ੍ਹ ਕੇ ਗੁਰਬਾਣੀ ਨੂੰ ਸਮਝਣਾ, ਵਿਚਾਰਨਾ ਤੇ ਉਸ ਅਨੁਸਾਰ ਜੀਵਨ ਬਣਾਉਣਾ। ਇਹ ਸਭ ਤੋਂ ਸਾਡਾ ਅੰਤਮ ਟੀਚਾ ਹੈ ਜਿਸ ਵਾਸਤੇ ਅਸੀਂ ਸਾਰੀ ਜ਼ਿੰਦਗੀ ਜਿਉਣੀ ਹੈ। ਇਸ ਨੂੰ ਯਾਦ ਰੱਖਣਾ। ਹੋਈਆਂ ਭੁੱਲਾਂ ਲਈ ਖਿਮਾ ਦਾ ਜਾਚਕ। ਪਿਆਰ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।